ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਹੁਣ ਆਪਾਂ ਸ਼ੁਰੂ ਕਰਨ ਚੱਲੇ ਹਾਂ ਜੀ ਬਾਰਡ ਅਟੈਂਡੈਂਟ ਦਾ ਲੈਕਚਰ ਨੰਬਰ 7। ਅਤੇ ਇਹ ਲੈਕਚਰ ਨੰਬਰ ਜਿਹੜਾ ਆਪਣਾ 7 ਹੈਗਾ, ਇੱਕ ਤਰ੍ਹਾਂ ਦੀ ਮੈਰਾਥਨ ਕਲਾਸ ਲਾਓਗੇ ਤੁਸੀਂ, ਕਿਉਂਕਿ ਕਲਾਸ ਬਹੁਤ ਵੱਡੀ ਜਾਣੀ ਹੈ ਇਹ, ਕਿਉਂਕਿ MCQ ਵੀ ਜ਼ਿਆਦਾ ਹੈਗੀ। ਠੀਕ ਹੈ ਜੀ। ਅਤੇ ਇਹ ਜਿਹੀਆਂ ਕਲਾਸਾਂ ਨੂੰ ਇੱਕ ਦਿਨ ਛੱਡ ਕੇ ਮੈਂ ਪ੍ਰੋਵਾਈਡ ਕਰਵਾਉਂਦਾ ਰਹੂੰਗਾ। ਅਤੇ ਇੱਕ ਤਾਂ ਵੀਡੀਓ ਨੂੰ ਸਭ ਤੋਂ ਪਹਿਲਾਂ ਵੱਧ ਤੋਂ ਵੱਧ ਲਾਈਕ ਕਰ ਦਿਓ ਭਾਈ, ਸ਼ੇਅਰ ਕਰ ਦਿਓ, ਅਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਭਾਈ। ਠੀਕ ਹੈ ਜੀ। ਅਤੇ ਇੱਕ ਗੱਲ ਹੋਰ, ਜਿਹੜੇ ਬੱਚੇ ਨੇ FCA ਦੇ ਵਿੱਚ ਅਪਲਾਈ ਨਹੀਂ ਕੀਤਾ ਭਾਈ, ਉਹ ਅਪਲਾਈ ਕਰ ਦਿਓ। ਠੀਕ ਹੈ। ਅਤੇ ਹੁਣ ਆਪਾਂ ਕਰਨ ਜਾ ਰਹੇ ਹਾਂ ਸ਼ੁਰੂ GK ਬਾਰਡ ਅਟੈਂਡੈਂਟ ਦੀ। ਦੇਖੋ, ਸਭ ਤੋਂ ਪਹਿਲਾਂ ਪ੍ਰਸ਼ਨ ਕਰਦੇ ਆਪਾਂ, ਕਹਿੰਦੇ ਕਿਸ ਸਾਲ ਵਿਧਵਾ ਵਿਆਹ ਕਰਵਾਉਣ ਦੀ ਕਾਨੂੰਨੀ ਆਗਿਆ ਦੇ ਦਿੱਤੀ ਗਈ ਸੀ। ਠੀਕ ਹੈ ਜੀ। ਵਿਧਵਾ ਵਿਆਹ ਇਹ ਕਦੋਂ ਚਲਾਇਆ ਸੀ? ਇਸ ਤੋਂ ਪਹਿਲਾਂ 1829 ਦੇ ਵਿੱਚ ਵਿਲੀਅਮ ਬੈਂਟਕ ਸੀ ਜਿਹੜਾ ਆਪਣਾ, ਪਲੱਸ ਰਾਜਾ ਰਾਮ ਮੋਹਨ ਰਾਏ ਸੀ। ਇਹਨਾਂ ਦੋਵਾਂ ਨੇ ਮਿਲ ਕੇ ਸਤੀ ਪ੍ਰਥਾ ਦਾ ਖਾਤਮਾ ਕੀਤਾ ਸੀ। ਕਦੋਂ? 1829 ਦੇ ਵਿੱਚ। ਇਸ ਤੋਂ ਬਾਅਦ 1830 ਦੇ ਵਿੱਚ ਇਹਨੇ ਠੱਗੀ ਪ੍ਰਥਾ ਦਾ ਖਾਤਮਾ ਕੀਤਾ ਸੀ। ਇਹ ਕੰਮ ਜਦੋਂ ਦੋ ਖਾਤਮੇ ਕਰਤੇ, ਫਿਰ ਇਸ ਤੋਂ ਬਾਅਦ ਇਹਨਾਂ ਨੇ ਥੋੜ੍ਹੇ ਕੁ ਟਾਈਮ ਬਾਅਦ ਇਹਨਾਂ ਨੇ ਨਹੀਂ ਹੋਰਾਂ ਦੁਬਾਰਾ ਇੱਕ ਨਵਾਂ ਬਿੱਲ ਲਿਆਂਦਾ, ਜਿਹਦੇ ਵਿੱਚ ਵਿਧਵਾ ਸੀ ਜਿਹੜੀ ਔਰਤ, ਉਹ ਦੁਬਾਰਾ ਵਿਆਹ ਕਰਵਾ ਸਕਦੀ ਸੀ। ਠੀਕ ਹੈ। ਇਹੀ ਪੁੱਛ ਰਹੇ ਕਿ ਜਿਹੜਾ ਇਹ ਐਕਟ ਸੀ ਵਿਧਵਾ ਵਿਆਹ ਲਾਗੂ ਵਾਲਾ, ਕਿਦੋਂ ਲਿਆਂਦਾ ਗਿਆ ਸੀ? 56 ਦੇ ਵਿੱਚ, 57 ਦੇ ਵਿੱਚ, 55 ਦੇ ਵਿੱਚ ਕਿ 54 ਦੇ ਵਿੱਚ? ਤਾਂ ਇਹਦਾ ਸਹੀ ਆਨਸਰ ਹੈਗਾ ਵੀ 1856 ਦੇ ਵਿੱਚ ਵਿਧਵਾ ਵਿਆਹ ਕਰਵਾਉਣ ਨੂੰ ਕਾਨੂੰਨੀ ਤੌਰ 'ਤੇ ਆਗਿਆ ਦਿੱਤੀ ਸੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਕਿਸ ਸਾਲ ਕੀਤੀ ਗਈ ਹੈ? ਜਿਹੜੇ ਆਪਣੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸੀ, ਸਥਾਪਨਾ 1921, 1920, 1922, 1923। ਇਹਨਾਂ 4 ਸਾਲਾਂ ਦੇ ਵਿੱਚ ਕਿਸ ਸਾਲ ਕੀਤੀ ਗਈ ਸੀ? ਇਹ ਕੀਤੀ ਗਈ ਸੀ ਭਾਈ 1920 ਦੇ ਵਿੱਚ। ਅਤੇ 1920 ਦੇ ਵਿੱਚ ਗਾਂਧੀ ਜੀ ਨੇ ਕਿਹੜਾ ਅੰਦੋਲਨ ਚਲਾਇਆ ਸੀ? ਨਾ ਮਿਲਵਰਤਨ ਅੰਦੋਲਨ। ਠੀਕ ਹੈ, ਇਹ ਚਲਾਇਆ ਸੀ। ਇਹ ਜਦੋਂ ਚਲਾਇਆ ਸੀ, ਇਹ ਧਰਨੇ 'ਤੇ ਜਦੋਂ ਬੈਠੇ ਸੀ ਗਾਂਧੀ ਜੀ, ਕਹਿੰਦੇ ਭਾਈ ਤੁਹਾਨੂੰ 6 ਮਹੀਨਿਆਂ ਦੇ ਵਿੱਚ ਤੁਹਾਨੂੰ ਮੈਂ ਆਜ਼ਾਦੀ ਦਿਵਾ ਦੂੰਗਾ। ਆਜ਼ਾਦੀ ਤਾਂ ਕਿੱਥੋਂ ਮਿਲਣੀ ਸੀ? ਇਸ ਤੋਂ ਬਾਅਦ ਕੀ ਹੋਇਆ? 1922 ਦੇ ਵਿੱਚ ਚੋਰੀ ਚੋਰਾ ਦਾ ਜਿਹੜਾ ਕਾਂਡ ਹੋ ਗਿਆ ਸੀ, ਉਹਦੇ ਕਰਕੇ ਗਾਂਧੀ ਜੀ ਨੇ ਫਿਰ ਦੁੱਖੇ ਵਜੋਂ ਇਹ ਛੱਡਤਾ, ਜਿਹੜਾ ਅੰਦੋਲਨ ਸੀ ਇਹ ਛੱਡਤਾ ਇਹਨਾਂ ਨੇ 1920 ਵਾਲਾ। ਕਿਉਂਕਿ ਉਦੋਂ ਜਿਹੜੇ ਆਪਣੇ ਭਾਰਤੀ ਸੀ ਉਹ ਠੇਕੇ ਮੂਹਰੇ ਖੜ੍ਹ ਕੇ ਪ੍ਰਦਰਸ਼ਨ ਕਰ ਰਹੇ ਸੀ, ਅਤੇ ਉੱਥੇ ਗੋਲੀਆਂ ਚੱਲ ਗਈਆਂ, ਅਤੇ ਬਾਅਦ ਵਿੱਚ ਅੱਗ ਲਾਤੀ ਭਾਈ। ਠੀਕ ਹੈ, ਥਾਣੇ ਨੂੰ, ਜਿਹੜੇ ਉੱਥੇ ਉਹ ਸੀ ਜਨਤਾ ਸੀ ਉਹਨਾਂ ਨੇ। ਤਾਂ ਉਹ ਗੱਲ ਤੋਂ ਦੁਖੀ ਹੋ ਕੇ ਇਹਨਾਂ ਨੇ ਮਤਲਬ 1922 ਦੇ ਵਿੱਚ ਇਹ ਅੰਦੋਲਨ ਵਾਪਸ ਲੈ ਲਿਆ ਸੀ, ਨਾ ਮਿਲਵਰਤਨ ਅੰਦੋਲਨ। ਇਹ ਚੀਜ਼ ਤੋਂ ਦੁਖੀ ਹੋ ਗਏ ਸੀ ਆਪਣੇ ਦੋ ਨੇਤਾ ਕਿਹੜੇ ਕਿਹੜੇ ਸੀ? ਇੱਕ ਤਾਂ ਹੈਗੇ CR ਦਾਸ, ਇੱਕ ਮੋਤੀ ਲਾਲ ਨਹਿਰੂ। ਇਹ ਦੋ ਜਾਣੇ ਗਾਂਧੀ ਜੀ ਨੂੰ ਕਹਿੰਦੇ ਭਾਈ ਤੁਸੀਂ ਅੰਦੋਲਨ ਵਾਪਸ ਨਹੀਂ ਲੈਣਾ। ਗਾਂਧੀ ਜੀ ਕਹਿੰਦਾ ਮੈਂ ਵਾਪਸ ਲਊਂਗਾ। ਫਿਰ ਇਹਨਾਂ ਨੇ ਗਾਂਧੀ ਜੀ ਨਾਲ ਗੁੱਸੇ ਹੋ ਗਿਆ, ਆਪਣੀ ਅਲੱਗ ਪਾਰਟੀ ਬਣਾ ਲਈ ਸੀ। ਕਿਹੜੀ ਪਾਰਟੀ? ਸਵਰਾਜ ਪਾਰਟੀ, 1922 ਦੇ ਵਿੱਚ। ਠੀਕ ਹੈ ਜੀ। ਜੇ ਤੁਹਾਨੂੰ ਆਪਸ਼ਨ ਦੇ ਵਿੱਚ 1922 ਨਹੀਂ ਮਿਲਦਾ, 1923 ਪਿਆ, ਤਾਂ ਵੀ ਆਨਸਰ ਸਹੀ ਹੈ। ਅੱਧੀਆਂ ਬੁੱਕਸ ਦੇ ਵਿੱਚ 1922, ਅੱਧਿਆਂ ਦੇ ਵਿੱਚ 1923 ਹੈ। ਇਸ ਤੋਂ ਬਾਅਦ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਕਿਸ ਦੇ ਦੁਆਰਾ ਸਥਾਪਿਤ ਕੀਤੀ ਗਈ ਸੀ? ਦੱਸੋ ਜੀ। ਜਿਹੜੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਕਿਸ ਦੇ ਦੁਆਰਾ ਸਥਾਪਿਤ ਕੀਤੀ ਗਈ ਸੀ? ਸਰ ਸੈਯਦ ਅਹਿਮਦ, ਸਰ ਜੌਨ ਸਾਰਸ, ਲਾਰਡ ਡਲਹੌਜੀ ਕਿ ਕੋਈ ਨਹੀਂ? ਤਾਂ ਇਹ ਭਾਈ ਲਾਗੂ ਕੀਤੀ ਗਈ ਸੀ ਸਰ ਸੈਯਦ ਅਹਿਮਦ ਦੁਆਰਾ। ਅਲੀਗੜ੍ਹ ਯੂਨੀਵਰਸਿਟੀ ਜਿਹੜੀ ਉਹ ਸਟੈਬਲਿਸ਼ ਕੀਤੀ ਗਈ ਸੀ। ਨਾਮਧਾਰੀ ਅੰਦੋਲਨ ਦੀ ਸਥਾਪਨਾ ਕਿਸ ਸਾਲ ਹੋਈ ਸੀ? ਨਾਮਧਾਰੀ, ਇਹ ਆਪਾਂ ਆਮ ਹੀ ਸੁਣਦੇ ਹੁੰਦੇ ਹਾਂ। ਬਾਬਾ ਰਾਮ ਸਿੰਘ ਦਾ ਨਾਮ ਵੀ ਆਉਂਦਾ ਹੁੰਦਾ ਇਹਦੇ ਵਿੱਚ, ਅਤੇ ਬਾਬਾ ਬਾਲਕ ਸਿੰਘ ਦਾ ਨਾਮ ਵੀ ਆਉਂਦਾ ਹੁੰਦਾ। ਜਿਹੜਾ ਬਾਬਾ ਰਾਮ ਸਿੰਘ ਸੀ, ਇਹਨਾਂ ਨੂੰ ਕਿਹਾ ਜਾਂਦਾ ਹੈਗਾ ਸਕਸੈਸਰ ਮਤਲਬ ਜਿਨ੍ਹਾਂ ਨੇ ਇਹ ਪ੍ਰਥਾ ਨੂੰ ਅੱਗੇ ਚਲਾਇਆ ਸੀ। ਜਿਹੜਾ ਇਹ ਪ੍ਰਥਾ ਦਾ ਫਾਊਂਡਰ ਹੈਗਾ, ਜਿਹਨੇ ਇਹ ਪ੍ਰਥਾ ਲੱਭੀ ਸੀ, ਨਾਮਧਾਰੀ ਮੂਵਮੈਂਟ ਜਿਹਨੇ ਚਲਾਈ ਸੀ, ਤਾਂ ਉਹ ਚਲਾਈ ਸੀ ਬਾਬਾ ਬਾਲਕ ਸਿੰਘ ਨੇ। ਠੀਕ ਹੈ। ਆਪਸ਼ਨ ਦੇ ਵਿੱਚ ਧਿਆਨ ਨਾਲ ਦੇਖੋ ਕੀ ਲਿਖਿਆ ਹੋਇਆ ਹੈਗਾ। ਇਹ ਚਲਾਈ ਕਦੋਂ ਸੀ? 1854, 13 ਅਪ੍ਰੈਲ 1857, 15 ਅਪ੍ਰੈਲ 1858 ਕਿ 1855? ਤਾਂ ਇਹਦਾ ਆਨਸਰ ਹੈਗਾ B ਨੰਬਰ ਆਪਸ਼ਨ, 13 ਅਪ੍ਰੈਲ 1857 ਦੇ ਵਿੱਚ। ਠੀਕ ਹੈ। ਇਹ ਮੂਵਮੈਂਟ ਬਣਾਈ ਸੀ। ਅਤੇ 1857 ਦੇ ਵਿੱਚ ਇੱਕ ਕਾਂਡ ਹੋਰ ਹੋਇਆ ਸੀ। 1857 ਦੇ ਵਿੱਚ ਇੱਕ ਕਾਂਡ ਹੋਰ ਹੋਇਆ ਸੀ। ਕੀ ਹੋਇਆ ਸੀ? 1857 ਈਸਵੀ ਦਾ ਵਿਦਰੋਹ ਹੋਇਆ ਸੀ, ਜਿਹਨੂੰ ਆਪਾਂ ਸੈਨਿਕ ਵਿਦਰੋਹ ਅਤੇ ਆਜ਼ਾਦੀ ਦਾ ਪਹਿਲਾ ਵਿਦਰੋਹ ਵੀ ਕਹਿੰਦੇ। ਜਿਹਦਾ ਪਹਿਲਾ ਸ਼ਹੀਦ ਕੌਣ ਸੀ?
ਮੰਗਲ ਪਾਂਡੇ। ਚਰਬੀ ਵਾਲੇ ਕਾਰਤੂਸ ਵਰਤਣ ਦੇ ਇਹ ਵਿਰੋਧ ਦੇ ਵਿੱਚ ਇਹ ਕੰਮ ਹੋਇਆ ਸੀ। ਨਾਮਧਾਰੀ ਅੰਦੋਲਨ ਦੀ ਸਥਾਪਨਾ ਕਿਸ ਨੇ ਸ਼ੁਰੂ ਕੀਤੀ ਸੀ? ਬਾਬਾ ਬਾਲਕ ਸਿੰਘ, ਬਾਬਾ ਰਾਮ ਸਿੰਘ, ਵਿਵੇਕਾਨੰਦ ਕੇ ਵਾਲਮੀਕ। ਦੇਖੋ ਜੀ, ਤੁਹਾਨੂੰ ਦੱਸਿਆ ਹੈਗਾ, ਜੇ ਤਾਂ ਆਪਸ਼ਨ ਦੇ ਵਿੱਚ ਬਾਬਾ ਬਾਲਕ ਸਿੰਘ ਪਿਆ ਹੈਗਾ ਫਿਰ ਤਾਂ ਬਾਬਾ ਬਾਲਕ ਸਿੰਘ ਆਊਗਾ। ਜੇ ਆਪਸ਼ਨ ਦੇ ਵਿੱਚ ਬਾਬਾ ਬਾਲਕ ਸਿੰਘ, ਜੇ ਉਹਨਾਂ ਨੇ ਆਪਣੇ ਸਕਸੈਸਰ ਕੌਣ ਸੀ, ਅੱਗੇ ਕਿਹਨੇ ਵਧਾਇਆ ਇਹਨੂੰ, ਫਿਰ ਬਾਬਾ ਰਾਮ ਸਿੰਘ ਆਊਗਾ। ਠੀਕ ਹੈ, ਇਹ 'ਚ ਵੀ ਇਹ ਵੀ ਕੰਟਰੋਵਰਸੀਅਲ ਆਪਰੇਸ਼ਨ ਹੈਗਾ। ਠੀਕ ਹੈ, ਤਾਂ ਤੁਸੀਂ ਦੋਨਾਂ ਦੇ ਵਿੱਚ ਜਿਹੜਾ ਵੀ ਆਨਸਰ ਲਾਓਗੇ ਦੋਨੇ ਸਹੀ ਮੰਨੇ ਜਾਣਗੇ। ਠੀਕ ਹੈ, ਚਾਹੇ ਬਾਬਾ ਰਾਮ ਸਿੰਘ ਲਾ ਦਿਓ ਚਾਹੇ ਬਾਬਾ ਬਾਲਕ ਸਿੰਘ ਲਾ ਦਿਓ। ਸੱਤਿਆ ਸੋਧਕ ਸਮਾਜ ਦੀ ਸੰਸਥਾ ਕਿਸ ਨੇ ਚਲਾਈ ਸੀ? ਸੱਤਿਆ ਸੋਧਕ ਸਮਾਜ ਦੀ ਸੰਸਥਾ ਚਲਾਈ ਸੀ ਕਿ ਕਿਹਨੇ ਚਲਾਈ ਸੀ? ਅਜੇ ਫੁੱਲੇ, ਬਾਬਾ ਰਾਮ ਸਿੰਘ, ਜੋਤੀਬਾ ਫੁੱਲੇ ਕਿ ਕੋਈ ਨਹੀਂ। ਤਾਂ ਇਹ ਪ੍ਰਸ਼ਨ ਪੇਪਰ ਦੇ ਵਿੱਚ ਪੁੱਛਣ ਦੇ ਫੁੱਲ ਚਾਂਸ ਆ ਭਾਈ। ਇਹ ਚਲਾਈ ਸੀ ਆਪਣੇ ਸੀ ਨੰਬਰ ਆਪਸ਼ਨ ਜੋਤੀ ਫੁੱਲੇ ਦੁਆਰਾ। ਸੱਤਿਆ ਸੋਧਕ ਸਮਾਜ ਦੀ ਨੀਂਹ ਰੱਖੀ ਕਦੋਂ ਗਈ ਸੀ? ਨੀਂਹ ਦੀ ਗੱਲ ਪੁੱਛ ਲਈ ਭਾਈ। ਕਹਿੰਦੇ ਨੀਂਹ ਕਦੋਂ ਰੱਖੀ ਗਈ ਸੀ? 1973, 1873, 1759, 1823। ਤਾਂ ਇਹਦਾ ਆਨਸਰ ਹੈਗਾ ਬੀ ਨੰਬਰ ਆਪਸ਼ਨ। 1873 ਈਸਵੀ ਦੇ ਵਿੱਚ ਭਾਈ ਸੱਤਿਆ ਸੋਧਕ ਸਮਾਜ ਦੀ ਨੀਂਹ ਰੱਖੀ ਗਈ ਸੀ। ਓਕੇ ਜੀ। ਗਾਂਧੀ ਜੀ ਨੇ ਨੀਵੀਂ ਜਾਤੀ ਲੋਕਾਂ ਨੂੰ ਕਿਸ ਸ਼ਬਦ ਨਾਲ ਬੁਲਾਇਆ? ਜਿਹੜੇ ਨੀਵੀਂ ਜਾਤੀ ਲੋਕ ਸੀ, ਜਿਹਨਾਂ ਆਪਾਂ SC ਕਹਿ ਦਿੰਦੇ ਹਾਂ, ਉਹਨਾਂ ਨੂੰ ਕਿਸ ਸ਼ਬਦ ਨਾਲ ਬੁਲਾਇਆ ਸੀ? ਦਲਿਤ, ਹਰੀਜਨ, ਨਿਕਾਲੇ ਹੋਏ ਕਿ ਕੋਈ ਨਹੀਂ। ਤਾਂ ਗਾਂਧੀ ਜੀ ਨੇ ਭਾਈ ਜਿਹੜੇ ਨੀਵੀਂ ਜਾਤੀ ਦੇ ਲੋਕ ਸੀ ਉਹਨਾਂ ਨੂੰ ਪੁਕਾਰਿਆ ਸੀ ਹਰੀਜਨ ਦੇ ਨਾਮ ਨਾਲ। ਇਹ ਪ੍ਰਸ਼ਨ ਬਹੁਤ ਵਾਰੀ ਪੁੱਛਿਆ ਜਾਣਾ ਪੇਪਰ ਦੇ ਵਿੱਚ ਕਿ ਗਾਂਧੀ ਜੀ ਨੇ ਦਲਿਤ ਜਾਤੀ ਨੂੰ ਕਿਸ ਨਾਮ ਨਾਲ ਬੁਲਾਇਆ ਸੀ? ਹਰੀਜਨ ਦੇ ਨਾਮ ਨਾਲ ਬੁਲਾਇਆ ਸੀ। ਹਰੀਜਨ ਸ਼ਬਦ ਦਾ ਅਰਥ ਕੀ ਹੈ? ਜਿਹੜਾ ਹਰੀਜਨ ਸ਼ਬਦ ਉਹਦਾ ਕੀ ਅਰਥ ਹੈ? ਪਰਮਾਤਮਾ ਦੇ ਬੱਚੇ, ਦੁਨੀਆ ਦੇ ਦੋਖੀ, ਹਰ ਕਿਸੇ ਦੀ ਪੂਜਾ ਕਰਨ ਵਾਲੇ ਕਿ ਕੋਈ ਨਹੀਂ। ਤਾਂ ਹਰੀਜਨ ਦਾ ਅਰਥ ਹੈ ਹਰੀ ਦੇ ਜਨਮੇ ਹੋਏ। ਹਰੀ ਕਿਹਨੂੰ ਕਿਹਾ ਜਾਂਦਾ? ਪਰਮਾਤਮਾ ਨੂੰ, ਜਿਹਦਾ ਮਤਲਬ ਹੈਗਾ ਭਾਈ ਪਰਮਾਤਮਾ ਦੇ ਬੱਚੇ। ਓਕੇ ਜੀ। ਪੁਰਾਣੇ ਸਮੇਂ ਵਿੱਚ ਸਮਾਜ ਨੂੰ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ? ਪੁਰਾਣੇ ਸਮੇਂ ਦੇ ਵਿੱਚ ਸਮਾਜਿਕ ਨੂੰ ਵਰਗ ਬਣਾਏ ਹੋਏ ਸੀ, ਸਮਾਜ ਦੇ ਵਰਗ ਬਣਾਏ ਹੋਏ ਸੀ ਬਹੁਤ ਸਾਰੇ। ਤਾਂ ਪੁਰਾਣੇ ਸਮੇਂ ਦੇ ਵਿੱਚ ਸਮਾਜ ਨੂੰ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ? 3, 4, 5 ਕਿ 6। ਤਾਂ ਇਹਦਾ ਆਨਸਰ ਹੈਗਾ ਭਾਈ ਆਪਣਾ A ਨੰਬਰ ਆਪਸ਼ਨ। 3 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ। ਸਭ ਤੋਂ ਉੱਚੀ ਜਾਤੀ ਕਿਹੜੀ ਸੀ? ਬ੍ਰਾਹਮਣ। ਠੀਕ ਹੈ, ਇਹ ਜਾਤੀ ਸਭ ਤੋਂ ਉੱਚੀ ਜਾਤੀ ਮੰਨੀ ਜਾਂਦੀ ਸੀ ਬਾਹਮਣਾਂ ਦੇ। ਬਾਹਮਣਾਂ ਦਾ ਬਹੁਤ ਸਤਿਕਾਰ ਹੁੰਦਾ ਸੀ ਉਹ ਟਾਈਮਾਂ ਦੇ ਵਿੱਚ। ਨਹੀਂ, 4 ਜਾਤੀਆਂ ਸੀ, ਸੌਰੀ ਬੱਚੋ, 4 ਸੌਰੀ 4 ਜਾਤੀਆਂ ਸੀ। ਖੱਤਰੀ ਸੀ ਇੱਕ, ਤਾਂ ਇੱਕ ਬਾਹਮਣ, ਖੱਤਰੀ, ਸ਼ੂਦਰ, ਇਹ 'ਚ ਅਤੇ ਇੱਕ ਜਾਤੀ ਹੋਰ ਸੀ ਇੱਥੇ ਲਿਖੀ ਹੋਈ, ਹਾਂ ਵੈਸ਼, ਇੱਕ ਵੈਸ਼। ਠੀਕ ਹੈ। ਪੁਰਾਣੇ ਸਮੇਂ ਦੇ ਸਮਾਜ ਦੇ ਕਿਹੜੇ ਕਿਹੜੇ ਵਰਗ ਸਨ? ਆਹੀ ਵਰਗ ਸੀ ਭਾਈ, 4 ਭਾਗਾਂ ਦੇ ਵਿੱਚ ਵੰਡੀ ਹੋਈ। ਕਿਹੜੇ ਕਿਹੜੇ ਸੀ? ਬ੍ਰਾਹਮਣ, ਕਸ਼ੱਤਰੀ ਨੂੰ ਆਪਾਂ ਖੱਤਰੀ ਵੀ ਕਹਿ ਸਕਦੇ ਹਾਂ। ਠੀਕ ਹੈ, ਵੈਸ਼ ਕਿ ਸ਼ੂਦਰ। ਸ਼ੂਦਰ ਸਭ ਤੋਂ ਛੋਟੇ ਦਰਜੇ ਦੀ ਸ਼੍ਰੇਣੀ ਮੰਨੀ ਜਾਂਦੀ ਸੀ, ਮਤਲਬ ਇਹ ਬਾਹਲੇ ਗਰੀਬ ਜਾਂ ਨੀਵੀਂ ਜਾਤੀ ਦੇ ਮੰਨੇ ਜਾਂਦੇ, ਜਿਨ੍ਹਾਂ ਦਾ ਨਿਕਾਲਾ ਪਿੰਡ ਤੋਂ ਬਾਹਰ ਹੁੰਦਾ ਸੀ। ਅੱਜ ਵੀ ਤੁਸੀਂ ਇੱਕ ਚੀਜ਼ ਦੇਖਦੇ ਹੋਵੋਗੇ ਆਪਣੇ ਸਮਾਜ ਦੇ ਵਿੱਚ ਹਜੇ ਵੀ ਕਿਤੇ ਨਾ ਕਿਤੇ ਗੱਲਾਂ ਹੈਗੀਆਂ। ਤੁਸੀਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾਓਗੇ, ਤੁਸੀਂ ਇੱਕ ਗੱਲ ਨੋਟ ਕਰਿਓ ਕਿ ਜਿਹੜੇ ਆਪਣੇ SC ਅਤੇ ST ਮੇਰੇ ਭਰਾ ਜਾਂ ਭੈਣ ਹੁੰਦੇ ਆ, ਇਹਨਾਂ ਦੇ ਜ਼ਿਆਦਾਤਰ ਮਤਲਬ ਜਿਹੜੇ ਘਰ ਹੁੰਦੇ ਉਹ ਫਿਰਨੀ 'ਤੇ ਹੁੰਦੇ ਆ। ਠੀਕ ਹੈ, ਫਿਰਨੀ 'ਤੇ ਹੁੰਦੇ। ਫਿਰਨੀ 'ਤੇ ਪਾਉਣ ਦਾ ਮਤਲਬ ਇਹ ਪੁਰਾਣੇ ਟਾਈਮ ਦੀ ਜਿਹੜੀ ਰੀਤ ਆ ਉਹ ਚੱਲੀ ਆ ਰਹੀ ਹੈ। ਉਹ ਟਾਈਮਾਂ ਦੇ ਵਿੱਚ ਮਤਲਬ ਪਿੰਡ ਦੇ ਵਿੱਚੋਂ ਇੱਕ ਆਪਦੇ ਕਸਬੇ ਦੇ ਵਿੱਚ ਉਹਨੂੰ ਬਾਹਰ ਰੱਖਿਆ ਜਾਂਦਾ ਹੁੰਦਾ ਸੀ। ਠੀਕ ਹੈ ਜੀ, ਤਾਂ ਕਰਕੇ ਇਹ ਚੀਜ਼ ਹੁੰਦੀ ਹੈ। ਅਤੇ ਚੌਥੇ ਨੰਬਰ 'ਤੇ ਸ਼ੂਦਰ ਸੀ, ਤੀਜੇ 'ਤੇ ਵੈਸ਼, ਦੁੱਗ 'ਤੇ ਖੱਤਰੀ, ਪਹਿਲ 'ਤੇ ਬਾਹਮਣ। ਤਾਂ ਇਹ ਸਾਰੀ ਹੈ ਜਿਹੜੇ ਭਾਈ ਸਮਾਜ ਦੇ ਵਿੱਚ ਵਰਗ ਸੀ। ਇੰਡੀਪੈਂਡੈਂਟ ਲੇਬਰ ਪਾਰਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ? ਇੰਡੀਪੈਂਡੈਂਟ ਦਾ ਮਤਲਬ ਹੁੰਦਾ ਆਜ਼ਾਦ ਲੇਬਰ ਪਾਰਟੀ ਨਹੀਂ ਕਹਿੰਦੀ, ਆਪਾਂ ਇੰਡੀਪੈਂਡੈਂਟ ਹੀ ਕਹਾਂਗੇ। ਇਹਦੀ ਸਥਾਪਨਾ ਕਿਸ ਨੇ ਕੀਤੀ? ਲਾਲ ਬਹਾਦਰ ਸ਼ਾਸਤਰੀ ਨੇ, ਜਵਾਹਰ ਲਾਲ ਨਹਿਰੂ ਨੇ ਕਿ ਲਾਲਾ ਲਾਜਪਤ ਰਾਏ ਨੇ ਕਿ BR ਅੰਬੇਦਕਰ ਨੇ। ਤਾਂ ਭਾਈ ਇਹਦੀ ਜਿਹੜੀ ਸਥਾਪਨਾ ਸੀ ਇਹ ਕੀਤੀ ਸੀ ਆਪਣੇ ਡਾਕਟਰ BR ਅੰਬੇਦਕਰ ਨੇ। ਤਾਂ ਇਹਦਾ ਆਨਸਰ ਹੈਗਾ ਆਪਣਾ D ਨੰਬਰ ਆਪਸ਼ਨ। ਇੰਡੀਪੈਂਡੈਂਟ ਲੇਬਰ ਪਾਰਟੀ ਦੀ ਸਥਾਪਨਾ ਹੋਈ ਕਦੋਂ ਸੀ ਕਹਿੰਦੇ? ਠੀਕ ਹੈ, ਇਹਦੀ ਪਾਰਟੀ ਸੀ, ਇਹਦੀ ਸਥਾਪਨਾ ਕਦੋਂ ਕੀਤੀ ਗਈ ਸੀ?
1930 1935 1936 1940 ਤਾਂ ਇਹਦੀ ਸਥਾਪਨਾ ਕੀਤੀ ਗਈ ਸੀ ਭਾਈ 1936 ਦੇ ਵਿੱਚ। ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਇਹ 'ਚ ਦੋ ਚੀਜ਼ਾਂ ਬਣਨਗੀਆਂ, ਜਾਂ ਤਾਂ ਇਹਦੀ ਐਂ ਪੁੱਛੇ ਬਣੀ ਕਿਦੋਂ ਸੀ, ਜਾਂ ਪਹਿਲੇ ਨੰਬਰ 'ਤੇ ਜ਼ਿਆਦਾ ਜਿਹੜਾ ਪ੍ਰਸ਼ਨ ਬਣੂਗਾ ਇਹ ਬਣੂਗਾ ਇਹ ਬਣਾਈ ਕਿਹਨੇ ਸੀ। ਤਾਂ ਡਾਕਟਰ BR ਅੰਬੇਦਕਰ ਦਾ ਨਾਂ ਨਹੀਂ ਭੁੱਲਣਾ ਭਾਈ। ਆਂਧਰਾ ਪ੍ਰਦੇਸ਼ ਦਾ ਪੈਗੰਬਰ ਕਿਸ ਨੂੰ ਕਿਹਾ ਜਾਂਦਾ ਹੈਗਾ। ਇਹੋ ਜਿਹੇ ਪ੍ਰਸ਼ਨ ਪੁੱਛਣ ਦੇ ਚਾਂਸ ਕਿਉਂ ਆ ਜ਼ਿਆਦਾ, ਇਹ ਚੀਜ਼ ਸਮਝੋ। ਇਹ ਪ੍ਰਸ਼ਨ ਪੁੱਛਣ ਦੇ ਚਾਂਸ ਤਾਂ ਕਿ ਕਿਉਂਕਿ ਇਹਨਾਂ ਨੇ ਕਿਹਾ ਕਿ 8ਵੀਂ ਤੱਕ ਦੀ GK, ਤਾਂ ਇਹ 8ਵੀਂ ਦੀਆਂ ਕਿਤਾਬਾਂ ਜੇ ਤੁਸੀਂ ਚੱਕੋਗੇ ਉਹਨਾਂ ਦੇ ਵਿੱਚ ਤੁਹਾਨੂੰ ਇਹੀ MCQ ਮਿਲਣਗੇ, ਠੀਕ ਹੈ ਜੀ। ਅਤੇ ਬੱਚੇ ਬਹੁਤ ਪੁੱਛਦੇ ਕਿ ਮੈਥ ਭਾਈ ਇਹ 'ਚ ਕੋਈ ਮੈਥ ਨਹੀਂ ਆਉਣਾ, ਕੋਈ ਇਹਦੇ ਵਿੱਚ ਰੀਜ਼ਨਿੰਗ ਨਹੀਂ ਆਉਣੀ, ਕਿਉਂਕਿ ਭਾਈ ਇਹਨਾਂ ਨੇ ਸਿਲੇਬਸ ਦੇ ਹਿਸਾਬ 'ਤੇ ਗੱਲ ਕਰ ਰਿਹਾ ਮੈਂ, ਕੋਈ ਆਪਦੇ ਵੱਲੋਂ ਨਹੀਂ ਨੇ ਕਿ 8ਵੀਂ ਤੱਕ ਦੀ GK ਅਤੇ ਹੋਮ ਬੇਸਡ ਹੌਸਪੀਟਲ। ਕਰੰਟ ਫੇਅਰ ਵੀ ਨਹੀਂ ਆਉਣਾ ਜੀ, ਸਿਰਫ GK ਅਤੇ ਹੋਮ ਬੇਸਡ ਦੀ ਕੰਮ ਆਉਣਾ ਗਾ। ਆਂਧਰਾ ਪ੍ਰਦੇਸ਼ ਦੇ ਪੈਗੰਬਰ ਕਿਸ ਨੂੰ ਕਿਹਾ ਗਿਆ ਹੈਗਾ। ਆਂਧਰਾ ਪ੍ਰਦੇਸ਼ ਦੇ ਪੈਗੰਬਰ ਕਿਸ ਨੂੰ ਕਿਹਾ ਗਿਆ ਹੈਗਾ। ਜੋਤੀਬਾ ਫੁੱਲੇ, ਪ੍ਰਿਆ ਸਲਿੰਗਮ, ਸ਼੍ਰੀ ਨਾਰਾਇਣ ਗੁਰੂ ਕਿ ਵੀਰ ਸਲਿੰਗਮ। ਜਿਹੜਾ ਜੋਤੀ ਫੁੱਲੇ ਸੀ ਭਾਈ ਇਹ ਤਾਂ ਹੈਗਾ ਸੀ ਆਪਣਾ ਸੱਤਿਆ ਸੋਧਕ ਸਮਾਜ ਦੀ ਸਥਾਪਨਾ ਕੀਤੀ ਸੀ। ਜਿਹੜਾ ਪੇਰੀਅਰ ਹੈ ਇਹ ਤਾਮਿਲਨਾਡੂ ਦਾ ਮੰਨਿਆ ਜਾਂਦਾ ਹੈਗਾ, ਤਾਮਿਲਨਾਡੂ ਦਾ ਵੀਰ ਮੰਨਿਆ ਜਾਂਦਾ। ਤਾਮਿਲਨਾਡੂ ਦੇ ਵਿੱਚ ਉਹਨੇ ਬਹੁਤ ਵਧੀਆ ਕੰਮ ਕੀਤੇ ਸੀ। ਸ਼੍ਰੀ ਨਾਰਾਇਣ ਗੁਰੂ ਕੌਣ ਹੈ, ਇਹਨੇ ਨਾਰਾਇਣ ਪ੍ਰਥਾ ਚਲਾਈ ਸੀ, ਉਹਦਾ ਮੁਖੀ ਸੀ। ਨਾਰਾਇਣ ਪ੍ਰਥਾ ਦਾ ਮੁਖੀ ਕੌਣ ਸੀ, ਸ਼੍ਰੀ ਗੁਰੂ ਨਾਰਾਇਣ। ਤਾਂ ਇਹਦਾ ਸਹੀ ਆਨਸਰ ਹੈਗਾ ਵੀਰ ਸਲੀਮਿੰਗ। ਆਹ C ਨੰਬਰ ਆਪਸ਼ਨ ਗਲਤ ਹੈਗੀ, ਵੀਰ ਸਲੀਮਿੰਗ ਇਹਦਾ ਸਹੀ ਆਨਸਰ ਹੈਗਾ। ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਪਹਿਲੀ ਵਪਾਰਕ ਫੈਕਟਰੀ ਕਦੋਂ ਲਵਾਈ ਸੀ। 1960 1690 1995 ਕਿ 1600 ਕਦੋਂ ਲਾਈ ਸੀ ਪਹਿਲੀ ਵਪਾਰਕ ਫੈਕਟਰੀ ਇਹਨਾਂ ਨੇ। ਤਾਂ ਇਹਨਾਂ ਨੇ ਲਵਾਈ ਸੀ ਭਾਈ 1690 ਦੇ ਵਿੱਚ ਲਗਾਈ ਸੀ, ਠੀਕ ਹੈ। 1690 ਆਨਸਰ ਆਊਗਾ ਯਾਰ ਇਹਦਾ, ਠੀਕ ਹੈ। ਇਹ ਸਹੀ ਕਰ ਲਿਓ। 1600 ਦੇ ਵਿੱਚ ਈਸਟ ਇੰਡੀਆ ਕੰਪਨੀ ਲੱਗੀ ਸੀ। ਇਹਦੇ ਕਿਤੇ ਨਾ ਕਿਤੇ ਮਿਸਟੇਕ ਹੈ, ਜਿਹੜਾ ਆਪਰੇਸ਼ਨ ਤੁਸੀਂ ਸਕਿੱਪ ਕਰੋ 1 ਮਿੰਟ ਵਾਸਤੇ, ਠੀਕ ਹੈ। ਅਤੇ ਤੁਹਾਨੂੰ ਦੁਬਾਰੇ ਕਰਵਾ ਦੂੰਗਾ, ਇਹ 'ਚ ਮਿਸਟੇਕ ਹੈ। ਈਸਟ ਇੰਡੀਆ ਕੰਪਨੀ ਯਾਦ ਕਰ ਲਓ, ਈਸਟ ਇੰਡੀਆ ਕੰਪਨੀ ਆਪਣੇ 1600 ਦੇ ਵਿੱਚ ਲੱਗੀ ਸੀ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ ਬੱਚੋ। ਇਹਦਾ ਆਨਸਰ ਹੈਗਾ 1695। 1695 ਦੇ ਵਿੱਚ ਪਹਿਲੀ ਵਪਾਰਕ ਕੰਪਨੀ ਲਾਈ ਸੀ ਕਿਹਨੇ, ਫੈਕਟਰੀ ਲਾਈ ਸੀ ਅੰਗਰੇਜ਼ਾਂ ਨੇ। ਅਤੇ ਈਸਟ ਇੰਡੀਆ ਕੰਪਨੀ ਕਰਵਾਈ ਸੀ 1600 ਦੇ ਵਿੱਚ। ਤਾਂ ਇਹਦਾ ਆਨਸਰ ਤੁਸੀਂ ਸਹੀ ਕਰ ਲਿਓ, 1695 ਇਹਦਾ ਆਨਸਰ ਹੈ ਬਿਲਕੁਲ ਸਹੀ। ਹੁਣ ਚੱਲਦੇ ਅਗਲੇ 'ਤੇ। ਅੰਗਰੇਜ਼ਾਂ ਨੇ ਆਪਣੀ ਪਹਿਲੀ ਵਪਾਰਕ ਫੈਕਟਰੀ ਕਿੱਥੇ ਲਗਾਈ ਸੀ। ਅੰਗਰੇਜ਼ਾਂ ਨੇ ਆਪਣੀ ਪਹਿਲੀ ਵਪਾਰਕ ਫੈਕਟਰੀ ਕਿੱਥੇ ਲਗਾਈ ਸੀ। ਮੁੰਬਈ ਦੇ ਵਿੱਚ, ਕਲਕੱਤਾ ਦੇ ਵਿੱਚ, ਮਦਰਾਸ ਦੇ ਵਿੱਚ ਕਿ ਬੰਗਾਲ ਦੇ ਵਿੱਚ। ਤਾਂ ਇਹ ਲਗਾਈ ਸੀ ਭਾਈ ਇਹਨਾਂ ਨੇ ਕੋਲਕਾਤਾ ਦੇ ਵਿੱਚ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਮੁੰਬਈ ਦਾ ਪੁਰਾਣਾ ਨਾਮ ਕੀ ਹੈ, ਬੰਬਈ। ਕੋਲਕਾਤਾ ਦਾ ਪੁਰਾਣਾ ਨਾਮ ਕੀ ਹੈ, ਕਲਕੱਤਾ। ਮਦਰਾਸ ਦਾ ਪੁਰਾਣਾ ਨਾਮ ਕੀ ਹੈ, ਚੇਨਈ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਅੰਗਰੇਜ਼ੀ ਰਾਜ ਦੇ ਸਮੇਂ ਭਾਰਤ ਵਿੱਚ ਉਹ ਤਿੰਨ ਰਾਜ ਕਿਹੜੇ ਹਨ। ਅੰਗਰੇਜ਼ੀ ਰਾਜ ਸਮੇਂ ਭਾਰਤ ਵਿੱਚ ਪਹਿਲੇ ਤਿੰਨਾਂ ਵਿੱਚੋਂ ਉਹ ਕਿਹੜਾ ਰਾਜ ਹੈ ਜੋ ਨਗਰਪਾਲਿਕਾ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਜੋ ਨਗਰਪਾਲਿਕਾ ਬਣਾਈ ਸੀ ਨਾ ਉਦੋਂ 3 ਰਾਜਾਂ ਨੂੰ ਸ਼ਾਮਲ ਕੀਤਾ ਗਿਆ ਸੀ। ਉਹ ਕਿਹੜੇ, ਉਹਨਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜਾ ਇੱਕ ਨਹੀਂ ਹੈਗਾ। 17 ਮਦਰਾਸ, ਮੁੰਬਈ, ਕਲਕੱਤਾ, ਇਹਨਾਂ ਦੇ ਵਿੱਚੋਂ 17 ਨਹੀਂ ਹੈਗਾ ਭਾਈ। ਨਗਰਪਾਲਿਕਾ ਦੇ ਵਿੱਚ ਸਭ ਤੋਂ ਪਹਿਲਾਂ ਪੁੱਛ ਸਕਦੇ ਕਿ ਕਿੰਨੀਆਂ ਰਾਜਾਂ ਨੂੰ ਸ਼ਾਮਲ ਕੀਤਾ ਗਿਆ। 3 ਰਾਜਾਂ ਨੂੰ। ਕਿਹਨੂੰ, ਮਦਰਾਸ ਜਿਹਨੂੰ ਆਪਾਂ ਚੇਨਈ ਕਹਿ ਦਿੰਦੇ ਹਾਂ, ਬੰਬਈ ਜਿਹਨੂੰ ਮੁੰਬਈ ਕਹਿ ਦਿੰਦੇ ਹਾਂ, ਕਲਕੱਤਾ ਜਿਹਨੂੰ ਆਪਾਂ ਕੋਲਕਾਤਾ ਕਹਿ ਦਿੰਦੇ ਹਾਂ, ਠੀਕ ਹੈ। ਜਿਹੜਾ 17 ਸੀ ਇਹਦਾ ਹੜੱਪ ਨੀਤੀ ਦੇ ਵਿੱਚ ਸਭ ਤੋਂ ਪਹਿਲਾਂ ਅਪਣਾਇਆ ਗਿਆ ਸੀ। ਹੜੱਪ ਨੀਤੀ ਵਿੱਚ ਸਭ ਤੋਂ ਪਹਿਲਾਂ ਇਹ 'ਤੇ ਕਬਜ਼ਾ ਕੀਤਾ ਗਿਆ ਸੀ। ਹੜੱਪ ਨੀਤੀ ਕਿਹਨੇ ਚਲਾਈ ਸੀ, ਲਾਰਡ ਡਲਹੌਜੀ ਨੇ, ਜਿਹਨੂੰ ਆਪਾਂ ਡਾਕਟਾਈਨ, ਜਿਹਨੂੰ ਆਪਾਂ ਲੈਪਸ ਆਫ ਡਾਕਟਾਈਨ ਦੇ ਨਾਂ ਨਾਲ ਵੀ ਜਾਣਦੇ ਹਾਂ। ਭਾਰਤ ਦੇ ਵਿੱਚ ਸਰਵਜਨਕ ਕਾਰਜ ਨਿਰਮਾਣ ਦੀ ਸਥਾਪਨਾ ਕਿਸ ਅੰਗਰੇਜ਼ ਅਫਸਰ ਨੇ ਕੀਤੀ ਸੀ। ਵਿਲੀਅਮ ਬੈਂਟਿੰਗ, ਲਾਰਡ ਡਲਹੌਜੀ, ਥਾਮਸ ਮੁਨਰੋ, ਕੋਈ ਨਹੀਂ। ਤਾਂ ਸਰਵਜਨਕ ਕਾਰਜ ਨਿਰਮਾਣ ਦੀ ਸਥਾਪਨਾ ਕਿਸ ਅੰਗਰੇਜ਼ ਅਫਸਰ ਨੇ ਕੀਤੀ ਸੀ। ਇਹ ਕੀਤੀ ਸੀ ਆਪਣੇ B ਨੰਬਰ ਆਪਸ਼ਨ ਨੇ, ਲਾਰਡ ਡਲਹੌਜੀ ਨੇ। ਉਸਨੇ ਜ਼ਿਆਦਾ ਇਹੋ ਜਿਹੇ ਕੰਮ ਕੀਤੇ ਸੀ ਆਪਣੇ ਲਾਰਡ ਡਲਹੌਜੀ ਨੇ, ਠੀਕ ਹੈ ਜੀ। ਅੰਗਰੇਜ਼ੀ ਰਾਜ ਦੇ ਸਮੇਂ ਭਾਰਤ ਦੇ ਵਿੱਚ ਪੁਲਿਸ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ। ਅੰਗਰੇਜ਼ੀ ਰਾਜ ਦੇ ਵਿੱਚ ਭਾਰਤ ਦੇ ਵਿੱਚ ਪੁਲਿਸ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ। ਪੁਲਿਸ ਦਾ ਪਿਤਾ ਕੀ ਮਤਲਬ, ਪੁਲਿਸ ਦਾ ਜਨਕ ਕਿਹਨੂੰ ਕਿਹਾ ਜਾਂਦਾ, ਕਿਹਨੇ ਖੋਜ ਕਰੀ ਸੀ ਵੀ ਪੁਲਿਸ ਵੀ ਹੋਣੀ ਚਾਹੀਦੀ ਹੈ। ਲਾਰਡ ਕਾਰਨਵਾਲਿਸ, ਲਾਰਡ ਵਿਲੀਅਮ, ਥਾਮਸ ਮੁਨਰੋ ਕਿ ਕੋਈ ਨਹੀਂ। ਤਾਂ ਜਿਹੜਾ ਲਾਰਡ ਕਰਨਾ ਸੀ
ਠੀਕ ਹੈ। ਇਹਨੇ ਇਹ ਗੱਲ ਕਹੀ ਸੀ ਕਿ ਭਾਈ ਪੁਲਿਸ ਦੀ ਜਿਹੜੀ ਉਹ ਕਰੀ ਸੀ ਇਹਨੇ ਸਥਾਪਨਾ ਇਸ ਦੁਆਰਾ ਕੀਤੀ ਗਈ ਸੀ ਚੌਂਕੀ ਥਾਣਿਆਂ ਦੀ ਵੀ। ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਿਦੋਂ ਚਲਾਈ ਗਈ ਸੀ? 53, 52, 50 ਕਿ 49? 1849 ਦੇ ਵਿੱਚ ਇੱਕ ਘਟਨਾ ਹੋਈ ਸੀ, ਦੱਸੋ ਕੀ ਹੋਇਆ ਸੀ? 1849 ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਦੇ ਸਾਮਰਾਜ ਦੇ ਵਿੱਚ ਮਿਲਾ ਲਿਆ ਸੀ। ਇਹ ਤਾਂ ਤੁਹਾਨੂੰ ਪਤਾ ਹੀ ਹੋਊਗਾ ਸਾਰਿਆਂ ਨੂੰ। ਤਾਂ ਜਿਹੜੀ ਪਹਿਲੀ ਟ੍ਰੇਨ ਚਲਾਈ ਸੀ ਭਾਈ ਉਹ ਚੱਲੀ ਸੀ ਲਾਰਡ ਡਲਹੌਜੀ ਦੇ ਸਮੇਂ। ਕਿਦੋਂ ਚੱਲੀ ਸੀ? 1853 ਈਸਵੀ ਦੇ ਵਿੱਚ। ਕਿੱਥੋਂ ਲੈ ਕੇ ਕਿੱਥੋਂ ਤੱਕ ਚੱਲੀ ਸੀ? ਮੁੰਬਈ ਤੋਂ ਲੈ ਕੇ ਠਾਣਾ ਤੱਕ ਚੱਲੀ ਸੀ। ਹੁਣ ਇਹ ਦੱਸੋ ਕਿ ਠਾਣਾ ਕਿਹੜੀ ਸਟੇਟ ਦੇ ਵਿੱਚ ਪੈ ਜਾਂਦਾ? ਭਾਰਤ ਦੇ ਵਿੱਚ ਪਹਿਲੀ ਰੇਲਵੇ ਲਾਈਨ ਕਿਸ ਦੁਆਰਾ ਸ਼ੁਰੂ ਕੀਤੀ ਗਈ ਸੀ? ਕਾਰਨਵਾਲਿਸ, ਡਲਹੌਜੀ, ਐਡਲੀ ਕਿ ਇਲੀਅਮ? ਤਾਂ ਇਹ ਤੁਹਾਨੂੰ ਮੈਂ ਹੁਣੇ ਦੱਸ ਕੇ ਗਿਆ ਸੀ, ਇਹ ਚਲਾਈ ਸੀ ਭਾਈ ਲਾਰਡ ਡਲਹੌਜੀ ਨੇ। ਜਿਹੜਾ ਬਾਦਸ਼ਾਹ ਅਕਬਰ ਸੀ ਉਸਨੇ ਆਪਣੀ ਰਾਜਧਾਨੀ ਕਿਸ ਨੂੰ ਬਣਾਇਆ ਸੀ? ਰਾਜਾ ਅਕਬਰ ਨੇ ਆਪਣੀ ਰਾਜਧਾਨੀ ਕਿਸ ਨੂੰ ਬਣਾਇਆ ਸੀ? ਮਦਰਾਸ, ਫਤਿਹਪੁਰ ਸਿਕਰੀ, ਹੜੱਪਾ ਕਿ ਆਗਰਾ? ਤਾਂ ਜਿਹੜੇ ਬੱਚੇ ਨੇ ਇਹਦਾ ਆਨਸਰ ਲਾਇਆ ਬੀ ਨੰਬਰ ਆਪਸ਼ਨ, ਤਾਂ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈਗਾ। ਜਿਹੜੇ ਆਪਣੇ ਮਹਾਕਾਵ ਹੈ, ਠੀਕ ਹੈ, ਜਿਸ 'ਚ ਕਵਿਤਾਵਾਂ ਜਾਂ ਕਾਵ ਲਿਖੇ ਹੋਏ ਹੈ, ਦੇ ਵਿੱਚ ਦਿੱਲੀ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ? ਉਹ ਟਾਈਮ ਦੇ ਵਿੱਚ ਦਿੱਲੀ ਨੂੰ ਕੀ ਕਿਹਾ ਜਾਂਦਾ ਸੀ? ਦਿੱਲੀ ਦਾ ਦਿਲ, ਭਾਰਤ ਦਾ ਦਿਲ, ਇੰਦਰਪ੍ਰਸਥ ਕਿ ਸ਼ਾਹਜਹਾਂਬਾਦ? ਦੇਖੋ ਮਹਾਕਾਵ ਦੇ ਵਿੱਚ ਦਿੱਲੀ ਨੂੰ ਕਿਹਾ ਗਿਆ ਭਾਈ ਇੰਦਰਪ੍ਰਸਥ। ਇਹ ਪ੍ਰਸ਼ਨ ਪੁੱਛਣ ਦੇ ਫੁੱਲ ਚਾਂਸ ਨੇ ਭਾਈ, ਠੀਕ ਹੈ, ਯਾਦ ਰੱਖਿਓ। ਇੱਕ ਪ੍ਰਸ਼ਨ ਹੋਰ ਵੀ ਪੁੱਛਿਆ ਜਾਂਦਾ ਹੁੰਦਾ ਕਈ ਵਾਰੀ ਕਿ ਸ਼ਾਹਜਹਾਨਬਾਦ ਕਿਹਦੇ ਸਮੇਂ ਦੇ ਵਿੱਚ ਕਿਹਾ ਜਾਂਦਾ ਸੀ? ਸ਼ਾਹਜਹਾਂ ਦੇ ਸਮੇਂ ਦੇ ਵਿੱਚ ਦਿੱਲੀ ਨੂੰ ਸ਼ਾਹਜਹਾਨਾਬਾਦ ਕਿਹਾ ਜਾਂਦਾ ਸੀ। ਆਨੰਦ ਮੱਠ ਦਾ ਨਾਵਲ ਕਿਸ ਨੇ ਲਿਖਿਆ ਹੈਗਾ? ਆਨੰਦ ਮੱਠ ਕਿਹਨੇ ਲਿਖਿਆ ਹੈਗਾ? ਬਿਕਰਮ ਚੰਦਰ ਚੈਟਰਜੀ, ਬਿਕਰਮ ਸਿੰਘ ਬੇਦੀ, ਰਵਿੰਦਰਨਾਥ ਟੈਗੋਰ ਕਿ ਕੋਈ ਨਹੀਂ? ਤਾਂ ਆਨੰਦ ਮੱਠ ਦੀ ਰਚਨਾ ਕਿਸ ਨੇ ਕੀਤੀ ਹੈ? ਬਿਕਰਮ ਚੰਦਰ ਚੈਟਰਜੀ ਨੇ ਕੀਤੀ ਹੈ। ਅਤੇ ਇਹਨਾਂ ਨੇ ਬੰਦੇ ਮਾਤਰਮ ਗੀਤ ਵੀ ਲਿਖਿਆ ਸੀ, ਜਿਹੜਾ ਕਿ ਇਹਨੇ 1896 ਈਸਵੀ ਦੇ ਵਿੱਚ ਗਾਇਆ ਸੀ INC ਦੇ ਇੱਕ ਬੈਠਕ ਦੇ ਵਿੱਚ। ਅਤੇ ਰਵਿੰਦਰਨਾਥ ਟੈਗੋਰ ਨੇ ਕਿਹੜਾ ਗਾਣ ਗਾਇਆ ਸੀ? ਜਨ ਗਣ ਮਨ। ਕਦੋਂ ਗਾਇਆ ਸੀ? 1911 ਦੇ ਵਿੱਚ। ਇਹ ਵੀ ਕਿੱਥੇ ਗਾਇਆ ਸੀ? ਕੋਲਕਾਤਾ ਦੇ ਵਿੱਚ। ਅਤੇ ਇਹ ਵੀ ਕੋਲਕਾਤਾ ਦੇ ਵਿੱਚ ਹੀ ਗਾਇਆ ਗਿਆ ਸੀ, ਠੀਕ ਹੈ। ਇਹ ਗੱਲ ਵੀ ਯਾਦ ਰੱਖਣੀ। ਅਤੇ ਇਹਦਾ ਆਨਸਰ ਹੈਗਾ ਆਪਣਾ A ਨੰਬਰ ਆਪਸ਼ਨ। ਭਾਰਤ ਦੇ ਵਿੱਚ ਪਹਿਲਾ ਛਾਪਾਖਾਨਾ ਕਿਦੋਂ ਸ਼ੁਰੂ ਕੀਤਾ ਗਿਆ? 1557, 1578, 1576 ਕਿ 1570? ਤਾਂ ਇਹ ਕੀਤਾ ਗਿਆ ਭਾਈ 1557 ਈਸਵੀ ਦੇ ਵਿੱਚ ਭਾਰਤ ਦੇ ਵਿੱਚ ਪਹਿਲਾ ਛਾਪਾਖਾਨਾ ਖੋਲ੍ਹਤਾ ਸੀ। INC ਦੀ ਸਥਾਪਨਾ ਕਿਦੋਂ ਹੋਈ ਸੀ? INC ਦੀ ਫੁੱਲ ਫਾਰਮ ਕੀ? ਇੰਡੀਅਨ ਨੈਸ਼ਨਲ ਕਾਂਗਰਸ। ਇਹਦੀ ਸਥਾਪਨਾ ਹੋਈ ਸੀ ਆਪਣੀ 1885 ਦੇ ਵਿੱਚ। ਕਿਸ ਦੁਆਰਾ ਕੀਤੀ ਗਈ ਸੀ? AO ਹਿਊਮ ਹੈ ਜਿਹੜਾ ਉਹ ਫਾਊਂਡਰ ਹੈਗਾ ਕਿਹਦਾ? INC ਦਾ, ਠੀਕ ਹੈ। ਅਤੇ ਇਹ INC ਜਦੋਂ ਬਣੀ ਸੀ ਉਦੋਂ ਗਵਰਨਰ ਜਨਰਲ ਜਾਂ ਵਾਇਸਰਾਏ ਕੌਣ ਸੀ? ਉਹ ਹੈਗਾ ਸੀ ਲਾਰਡ ਡਫਰਿਨ। ਇਹ ਗੱਲ ਵੀ ਯਾਦ ਰੱਖਣੀ ਨਾਲ, ਠੀਕ ਹੈ। ਅਤੇ INC ਦਾ ਪ੍ਰਧਾਨ ਕੌਣ ਸੀ? ਉਹ ਜਦੋਂ ਬਣੀ ਸੀ 1885 ਈਸਵੀ ਦੇ ਵਿੱਚ। D ਨੰਬਰ ਆਪਸ਼ਨ। ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ ਸੀ? ਮੁਸਲਿਮ ਲੀਗ ਦੀ ਸਥਾਪਨਾ ਕਿਹਨੇ ਕੀਤੀ ਪਹਿਲਾਂ ਇਹ ਦੱਸੋ? ਸਰ ਸੈਯਦ ਨੇ। ਕਦੋਂ ਕਰੀ ਗਈ ਸੀ? 1906 ਦੇ ਵਿੱਚ, 7 ਦੇ ਵਿੱਚ, 8 ਦੇ ਵਿੱਚ ਕਿ 10 ਦੇ ਵਿੱਚ? 1908 ਦੇ ਵਿੱਚ ਤਾਂ ਮਿੰਟੋ ਮਾਰਲੇ ਹੋ ਗਿਆ ਸੀ। ਮਿੰਟੋ ਮਾਰਲੇ ਤੋਂ ਪਹਿਲਾਂ ਹੋਈ ਸੀ ਤਾਂ ਆਪਸ਼ਨ ਤਾਂ ਕੱਟੀ ਗਈ। ਹੁਣ ਰੌਲਾ ਰਹਿ ਗਿਆ 2 ਦੇ ਵਿੱਚ। 2 ਦੇ ਵਿੱਚ A ਨੰਬਰ ਆਪਸ਼ਨ ਹੈ ਜਿਹੜਾ ਉਹਦੇ ਵਿੱਚ ਕੀਤੀ ਗਈ ਸੀ ਮੁਸਲਿਮ ਲੀਗ ਦੀ ਸਥਾਪਨਾ, ਕਿਉਂਕਿ 1907 ਦੇ ਵਿੱਚ ਜਿਹੜਾ ਸੂਰਤ ਵਿਭਾਜਨ ਹੋ ਗਿਆ ਸੀ। ਸੂਰਤ ਵਿਭਾਜਨ ਸਮੇਂ ਕੀ ਹੋ ਗਿਆ ਸੀ? INC 2 ਧੜਿਆਂ ਦੇ ਵਿੱਚ ਵੰਡੀ ਗਈ ਸੀ। ਕਿਹੜੇ ਕਿਹੜੇ ਵਿੱਚ? ਗਰਮ ਧੜਾ ਅਤੇ ਨਰਮ ਧੜਾ। ਗਰਮ ਧੜੇ ਦਾ ਮੁਖੀ ਕੌਣ ਸੀ? ਗੰਗਾਧਰ ਤਿਲਕ ਸੀ। ਅਤੇ ਨਰਮ ਧੜੇ ਕੌਣ ਸੀ? ਕ੍ਰਿਸ਼ਨ ਗੋਖਲੇ। ਅਤੇ ਕ੍ਰਿਸ਼ਨ ਗੋਖਲੇ ਕੌਣ ਸੀ? ਮਹਾਤਮਾ ਗਾਂਧੀ ਦਾ ਪੋਲੀਟੀਕਲ ਗੁਰੂ ਸੀ ਇਹ, ਠੀਕ ਹੈ। ਸੂਰਤ ਵਿਭਾਜਨ ਦਾ ਮਤਲਬ ਵੰਡਣਾ। ਅਤੇ ਬੰਗਾਲ ਦੀ ਵੰਡ ਕਦੋਂ ਹੋਈ ਸੀ? 1905 ਦੇ ਵਿੱਚ। ਅਤੇ ਉਦੋਂ ਕੌਣ ਸੀ ਵਾਇਸਰਾਏ ਜਨਰਲ? ਲਾਰਡ ਕਰਜ਼ਨ। ਬੰਗਾਲ ਦੀ ਵੰਡ ਦੀ ਲੋੜ ਕਿਉਂ ਪਈ? ਅੰਗਰੇਜ਼ਾਂ ਨੂੰ ਰਾਜ ਕਰਨਾ ਸੌਖਾ ਹੋ ਜਾਣਾ ਸੀ, ਇਹਦੇ ਕਰਕੇ ਉਹਨਾਂ ਨੇ ਲਾਰਡ ਕਰਜ਼ਨ ਨੇ 1905 ਦੇ ਵਿੱਚ ਇਹ ਕੰਮ ਕਰਤਾ ਸੀ, ਠੀਕ ਹੈ। ਬੰਗਾਲ ਦੀ ਵੰਡ ਕਰਵਾਤੀ ਸੀ ਇਹਨਾਂ ਨੇ। ਅਤੇ ਬੰਗਾਲ ਦੀ ਵੰਡ ਤੋਂ ਬਾਅਦ ਕਿਹੜਾ ਅੰਦੋਲਨ ਨਿਕਲਿਆ ਸੀ? ਸਵਦੇਸ਼ੀ ਅੰਦੋਲਨ। ਕਿਸ ਦੇਸ਼ ਦੇ ਵਿੱਚ ਬਣੀ ਹੋਈ ਚੀਜ਼ ਦੀ ਆਪੇ ਵਰਤੋਂ ਕਰਨੀ ਹੈ, ਅੰਗਰੇਜ਼ਾਂ ਦੀ ਬਣੀ ਹੋਈ ਚੀਜ਼ ਦੀ ਵਰਤੋਂ ਨਹੀਂ ਕਰਨੀ। ਗਦਰ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ? 1800, 1811, 1813 ਕਿ 1825?
ਗਦਰ ਪਾਰਟੀ ਦੇ ਵਿੱਚ ਵੀ ਭਾਈ 2 ਆਉਂਦੇ ਆ ਬੰਦੇ। ਇਹ ਪਾਰਟੀ ਸਥਾਪਨਾ ਕਿੱਥੋਂ ਹੋਈ ਸੀ? ਅਮਰੀਕਾ ਦੇ ਸਨ ਫਰਾਂਸਿਸਕੋ ਦੇ ਵਿੱਚ ਇਹਦੀ ਸਥਾਪਨਾ ਹੋਈ ਸੀ। ਗਦਰ ਪਾਰਟੀ ਦੇ ਵਿੱਚ 2 ਜਣਿਆਂ ਦਾ ਨਾਮ ਆਉਂਦਾ। ਇੱਕ ਤਾਂ ਆਉਂਦਾ ਗਾ ਸੋਹਣ ਸਿੰਘ ਭਕਨਾ, ਜੇ ਤੁਸੀਂ ਨੈੱਟ 'ਤੇ ਸਰਚ ਮਾਰੋਗੇ ਸੋਹਣ ਸਿੰਘ ਭਕਨਾ ਲਿਖਿਆ ਹੋਊਗਾ। ਇੱਕ ਲਿਖਿਆ ਹੁੰਦਾ ਲਾਲਾ ਹਰਦਿਆਲ ਸਿੰਘ। ਠੀਕ ਹੈ, ਤੁਹਾਨੂੰ ਦੋਨਾਂ ਦੀ ਆਪਸ਼ਨ ਹੀ ਮਿਲਣਗੀਆਂ ਉੱਥੇ, ਅਤੇ ਦੋਨਾਂ ਦੇ ਵਿੱਚ ਇੱਕ ਆਪਸ਼ਨ ਮਿਲੂਗੀ ਜਿਹੜਾ ਸੋਹਣ ਸਿੰਘ ਭਕਨਾ ਪਿਆ ਤਾਂ ਇਹ ਆਨਸਰ ਲਾਇਓ, ਜੇ ਲਾਲਾ ਹਰਦਿਆਲ ਸਿੰਘ ਪਿਆ ਤਾਂ ਇਹ ਆਨਸਰ ਲਾਇਓ। ਅਤੇ ਹੁਣ ਗੱਲ ਕਰੀ ਚੱਲ ਰਹੀ ਗਦਰ ਪਾਰਟੀ ਸਥਾਪਨਾ ਕਦੋਂ ਹੋਈ ਸੀ? ਸਥਾਪਨਾ ਹੋਈ ਸੀ ਭਾਈ ਇਹਦੀ 1813 ਦੇ ਵਿੱਚ। ਹੋਮ ਰੂਲ ਕਦੋਂ ਸ਼ੁਰੂ ਹੋਇਆ ਸੀ? ਹੋਮ ਰੂਲ ਲੀਗ ਚਲਾਈ ਸੀ ਭਾਈ ਆਪਣੀ ਬਾਲ ਗੰਗਾਧਰ ਤਿਲਕ ਤੇ ਕਿਹੜੀ ਸੀ ਆਪਣੀ ਕੁੜੀ ਸਰੋਜਨੀ ਨਾਇਡੂ। ਸਰੋਜਨੀ ਨਾਇਡੂ ਸੀ ਕਿ ਦੂਸਰੀ ਸੀ? ਐਨੀ ਬਸੈਂਟ ਸੀ, ਸੌਰੀ ਐਨੀ ਬਸੈਂਟ, ਸਕਿਪ ਹੋ ਜਾਂਦੀ ਮਾਈਂਡ 'ਚ ਗਈ ਵੀ ਚੀਜ਼। ਐਨੀ ਬਸੈਂਟ ਸੀ, ਐਨੀ ਬਸੈਂਟ ਸੀ ਜਿਹੜੀ, ਅਤੇ ਉਹਨੇ ਬਾਲ ਗੰਗਾਧਰ ਤਿਲਕ ਦੋਨੇ ਰਲ ਕੇ ਇਹ ਕਰਿਆ ਸੀ। ਠੀਕ ਹੈ, ਹੋਮ ਰੂਲ ਚਲਾਈ ਸੀ। ਕਦੋਂ ਚਲਾਈ ਸੀ ਇਹਨਾਂ ਨੇ? 1916 ਦੇ ਵਿੱਚ। ਇਹ ਕਾਮਯਾਬ ਨਹੀਂ ਹੋਈ ਸੀ, ਫੇਲ ਹੋ ਗਈ ਸੀ ਇਹਨਾਂ ਦੀ। ਠੀਕ ਹੈ, ਪਹਿਲਾ ਵਿਸ਼ਵ ਯੁੱਧ ਕਦੋਂ ਹੋਇਆ ਸੀ? ਵਰਲਡ ਵਾਰ ਫਸਟ ਕਦੋਂ ਹੋਈ ਸੀ? 13, 14, 15, 16। ਤਾਂ ਇਹ ਹੋਈ ਸੀ 1914 ਦੇ ਵਿੱਚ। ਠੀਕ ਹੈ ਜੀ, ਅਤੇ ਹੁਣ ਮੈਨੂੰ ਦੱਸੋ ਕਿ 1915 ਦੇ ਵਿੱਚ ਕੀ ਹੋਇਆ ਸੀ? 9 ਜੈਨ 1915 ਨੂੰ ਗਾਂਧੀ ਜੀ ਸਾਊਥ ਅਫਰੀਕਾ ਤੋਂ ਇੰਡੀਆ ਆਏ ਸੀ। ਇਸ ਦਿਨ ਨੂੰ ਹੀ ਆਪਾਂ ਭਾਰਤੀ ਪ੍ਰਵਾਸੀ ਦਿਵਸ ਦੇ ਨਾਂ ਨਾਲ ਜਾਣਦੇ ਹਾਂ। ਇਹ ਗੱਲ ਵੀ ਯਾਦ ਰੱਖਣੀ ਹੈ। ਠੀਕ ਹੈ, 1928 ਦੇ ਵਿੱਚ ਸਾਈਮਨ ਕਮਿਸ਼ਨ ਦੇ ਵਿੱਚ ਕਿੰਨੇ ਮੈਂਬਰ ਸਨ? 1928 ਦੇ ਵਿੱਚ ਕਿੰਨੇ ਮੈਂਬਰ ਸਨ? ਪਹਿਲੀ ਗੱਲ ਤੁਹਾਨੂੰ ਇਹ ਦੱਸਦਾ ਕਿ 1928 ਦੇ ਵਿੱਚ ਸਾਈਮਨ ਕਮਿਸ਼ਨ ਆਇਆ ਸੀ 1919 ਦੀ ਵਿੱਚ ਜਿਹੜੀ ਜਲਿਆਂਵਾਲੇ ਬਾਗ ਦੀ ਘਟਨਾ ਹੋਈ ਸੀ ਉਹਦਾ ਜਾਇਜ਼ਾ ਲੈਣ ਵਾਸਤੇ। ਦੂਸਰੀ ਗੱਲ, ਜਿਹੜਾ ਸਾਈਮਨ ਕਮਿਸ਼ਨ ਹੈ ਇਸ ਨੂੰ ਹੀ ਵਾਈਟਮੈਨ ਕਮਿਸ਼ਨ ਕਿਹਾ ਜਾਂਦਾ ਗਾ। ਇਹ ਕਿੱਥੇ ਉਤਰਿਆ ਸੀ? ਲਾਹੌਰ ਰੇਲਵੇ ਸਟੇਸ਼ਨ 'ਤੇ ਉਤਰਿਆ ਸੀ। ਇਹਨੂੰ ਕਿੰਨੇ ਮੈਂਬਰ ਸੀ? ਇਹਦੇ ਵਿੱਚ 7 ਮੈਂਬਰ ਸਨ। ਅਤੇ ਇਹਦਾ ਵਿਰੋਧ ਕੌਣ ਕਰ ਰਿਹਾ ਸੀ 1928 ਦੇ ਵਿੱਚ? ਲਾਲਾ ਲਾਜਪਤ ਰਾਏ। ਲਾਲਾ ਲਾਜਪਤ ਰਾਏ ਦੇ ਲਾਠੀਆਂ ਕਿਹਨੇ ਮਾਰੀਆਂ ਸੀ? ਸਾਡਰਸ ਨੇ। ਅਤੇ ਸਾਡਰਸ ਨੂੰ ਕਿਹਨੇ ਸ਼ਹੀਦ ਕੀਤਾ ਸੀ? ਮਾਰਿਆ ਕਿਹਨੇ ਸੀ? ਸ਼ਹੀਦ ਭਗਤ ਸਿੰਘ ਨੇ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਅਤੇ 1928 ਦੇ ਵਿੱਚ ਕਿੰਨੇ ਮੈਂਬਰ ਸੀ? 7 ਮੈਂਬਰ ਸੀ। ਇਹਨੂੰ ਵਾਈਟਮੈਨ ਕਮਿਸ਼ਨ ਕਿਉਂ ਕਿਹਾ ਜਾਂਦਾ? ਕਿਉਂਕਿ ਇਹਦੇ ਵਿੱਚ ਸਾਰੇ ਅੰਗਰੇਜ਼ ਸੀ, ਕੋਈ ਵੀ ਇਹਦੇ ਵਿੱਚ ਭਾਰਤੀ ਨਹੀਂ ਸੀ। ਠੀਕ ਹੈ, ਪਹਿਲੀ ਵਾਰ ਸੁਤੰਤਰਤਾ ਦਿਵਸ ਕਿਸ ਸਾਲ ਮਨਾਇਆ ਗਿਆ ਸੀ? ਤਾਂ ਜਿਹੜਾ ਪਹਿਲੀ ਵਾਰ ਭਾਈ ਦਿਵਸ ਸੀ ਇਹ ਮਨਾਇਆ ਗਿਆ ਸੀ 26 ਜਨ 1930, 15 ਅਗਸਤ 1931 ਕਿ ਦੋਵੇਂ ਕਿ ਕੋਈ ਨਹੀਂ। ਤਾਂ ਭਾਈ ਇਹਦਾ ਸਹੀ ਆਨਸਰ ਜਿਹੜੇ ਬੱਚੇ ਨੇ ਲਾਇਆ ਉਹ ਹੈਗਾ 26 ਜੈਨ 1930 ਨੂੰ ਇਹ ਪਹਿਲੀ ਵਾਰ ਮਨਾਇਆ ਗਿਆ ਸੀ। ਕਿਹਨੇ ਮਨਾਇਆ ਸੀ? ਇਹ ਜਵਾਹਰ ਲਾਲ ਨਹਿਰੂ ਨੇ। ਠੀਕ ਹੈ, ਅਤੇ ਝੰਡਾ ਵੀ ਇਹਨਾਂ ਨੇ ਉਹਨਾਂ ਨੇ ਲਹਿਰਾਇਆ ਸੀ ਉਦੋਂ। ਇਹ ਗੱਲ ਯਾਦ ਰੱਖਣੀ ਹੈ। ਸੰਵਿਧਾਨ ਸਭਾ ਦੀ ਸਥਾਪਨਾ ਕਦੋਂ ਹੋਈ ਸੀ? ਸੰਵਿਧਾਨ ਸਭਾ ਦੇਖੋ ਇਹਦਾ ਸਿੱਧੀ ਪਤਾ ਤੁਹਾਨੂੰ 1930 ਅਤੇ 1919 ਦੇ ਵਿੱਚ ਸੰਵਿਧਾਨ ਦੀ ਕੋਈ ਗੱਲਬਾਤ ਨਹੀਂ ਸੀ, ਕਿਉਂਕਿ ਉਹ ਤਾਂ ਅੰਗਰੇਜ਼ਾਂ ਦਾ ਚੱਲਦਾ ਸੀ ਸਾਰਾ ਸਿਸਟਮ। 1942 ਦੇ ਵਿੱਚ ਆਪਾਂ ਭਾਰਤ ਛੱਡੋ ਅੰਦੋਲਨ ਚਲਾਇਆ ਸੀ, ਜਿਹਦੇ ਵਿੱਚ ਗਾਂਧੀ ਜੀ ਨੇ ਕਰੋ ਜਾਂ ਮਰੋ ਦਾ ਨਾਰਾ ਦਿੱਤਾ ਸੀ। 1942 ਦੇ ਵਿੱਚ ਕਿਹੜਾ ਅੰਦੋਲਨ ਚੱਲਿਆ ਸੀ? ਭਾਰਤ ਛੱਡੋ ਅੰਦੋਲਨ। ਅਤੇ ਗਾਂਧੀ ਜੀ ਨੇ ਕਿਹੜਾ ਨਾਰਾ ਦਿੱਤਾ ਸੀ? ਕਰੋ ਜਾਂ ਮਰੋ। ਤਾਂ ਇਸ ਤੋਂ ਬਾਅਦ ਕੀ ਹੋਇਆ ਸੀ? 1946 ਦੇ ਵਿੱਚ ਸੰਵਿਧਾਨ ਸਭਾ ਦੀ ਸਥਾਪਨਾ ਹੋਈ ਸੀ। ਠੀਕ ਹੈ ਜੀ, ਤਾਂ ਇਹ ਗੱਲ ਧਿਆਨ ਕਰਨੀ ਹੈ ਸਾਰੇ ਨੇ, ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਇਹ। ਸੰਵਿਧਾਨ ਸਭਾ ਦੀ ਸਥਾਪਨਾ ਸਮੇਂ ਇਸ ਵਿੱਚ ਕੁੱਲ ਕਿੰਨੇ ਮੈਂਬਰ ਸਨ? ਜੋ ਸੰਵਿਧਾਨ ਸਭਾ ਦੀ ਸਥਾਪਨਾ ਹੋਈ ਸੀ ਕਿੰਨੇ ਮੈਂਬਰ ਸੀ? 399, 300, 199 ਕਿ 180? ਦੱਸੋ ਜੀ ਕਿੰਨੇ ਮੈਂਬਰ ਸੀ? ਤਾਂ ਉਸ ਸਮੇਂ ਦੇ ਵਿੱਚ ਮੈਂਬਰ ਸੀ ਭਾਈ 399। ਇਹ ਨੰਬਰ ਆਪਸ਼ਨ। ਇਹ ਪ੍ਰਸ਼ਨ ਬਹੁਤ ਪੁੱਛਿਆ ਜਾਂਦਾ ਪੇਪਰ ਦੇ ਵਿੱਚ ਮੈਂਬਰ ਵਾਲਾ, ਤਾਂ ਮੈਂਬਰ ਤੁਸੀਂ ਜਮ੍ਹਾਂ ਨਹੀਂ ਭੁੱਲਣੇ। ਮੈਂਬਰ ਥੋੜ੍ਹੀ ਚੰਗੀ ਤਰ੍ਹਾਂ ਯਾਦ ਹੋਣੇ ਚਾਹੀਦੇ ਆ ਕਿ ਕਿੰਨੇ ਮੈਂਬਰ ਸੀ ਉਹ ਟਾਈਮ ਦੇ ਵਿੱਚ ਜਦੋਂ ਕਿ ਸੰਵਿਧਾਨ ਸਭਾ ਦੀ ਸਥਾਪਨਾ ਹੋਈ ਸੀ। ਠੀਕ ਹੈ, 7 ਮੈਂਬਰ ਸੀ ਇਹਦੇ ਵਿੱਚ। ਰਾਜਾਂ ਦੇ ਪੁਨਰਗਠਨ ਲਈ ਨਿਯੁਕਤ ਕੀਤੇ ਗਏ ਕਮਿਸ਼ਨ ਦੇ ਵਿੱਚ ਕਿੰਨੇ ਮੈਂਬਰ ਸਨ? ਰਾਜਾਂ ਦਾ ਪੁਨਰਗਠਨ ਕਰਨਾ ਸੀ। ਠੀਕ ਹੈ, ਇਹਦੇ ਵਾਸਤੇ ਕਿੰਨੇ ਮੈਂਬਰਾਂ ਦੀ ਲੋੜ ਸੀ ਉਹ ਦੱਸਣੀ ਆਪਾਂ। ਤਾਂ ਕਿੰਨੇ ਮੈਂਬਰਾਂ ਦਾ ਪਾਵਦਾਨ ਸੀ ਜਾਂ ਕਿੰਨੇ ਮੈਂਬਰ ਸੀ ਉਦੋਂ? ਤਾਂ 3, 4, 5 ਕਿ 6? ਤਾਂ ਇਹਦਾ ਸਹੀ ਆਨਸਰ ਹੈਗਾ ਭਾਈ A ਨੰਬਰ ਆਪਸ਼ਨ, 3 ਮੈਂਬਰ ਸੀ। ਠੀਕ ਹੈ, ਇਹ ਗੱਲ ਯਾਦ ਰੱਖਣੀ। ਕਿੰਨੇ ਮੈਂਬਰ ਸੀ ਜੀ? 3 ਮੈਂਬਰ ਸੀ। ਚਲੋ
ਹੁਣ ਆਪਾਂ ਚੱਲਦੇ ਹਾਂ ਆਪਣੇ ਅਗਲੇ ਪ੍ਰਸ਼ਨ 'ਤੇ। ਗੁੱਟ ਨਿਰਪੇਖ ਲਹਿਰ ਦੀ ਪਹਿਲੀ ਕਾਨਫਰੰਸ ਕਦੋਂ ਹੋਈ ਸੀ? ਗੁੱਟ ਨਿਰਪੇਖ ਲਹਿਰ ਦੀ ਪਹਿਲੀ ਕਾਨਫਰੰਸ ਕਦੋਂ ਹੋਈ ਸੀ? 60, 61, 1959 ਕਿ 1955? ਤਾਂ ਇਹ ਹੋਈ ਸੀ ਭਾਈ 1961 ਦੇ ਵਿੱਚ ਹੋਈ ਸੀ ਗੁੱਟ ਨਿਰਪੇਖ ਲਹਿਰ ਦੀ ਪਹਿਲੀ ਕਾਨਫਰੰਸ। ਗੁੱਟ ਨਿਰਪੇਖ ਦੀ ਪਹਿਲੀ ਕਾਨਫਰੰਸ ਹੋਈ ਕਿੱਥੇ ਸੀ ਕਹਿੰਦੇ? ਅਮਰੀਕਾ, ਕੈਨੇਡਾ, ਬੈਲਗਰੇਡ ਕਿ ਕੋਈ ਨਹੀਂ? ਤਾਂ ਇਹ ਹੋਈ ਸੀ ਭਾਈ ਆਪਣੀ ਬੈਲਗਰੇਡ ਦੇ ਵਿੱਚ ਗੁੱਟ ਨਿਰਪੇਖ ਦੀ ਪਹਿਲੀ ਕਾਨਫਰੰਸ ਹੋਈ ਸੀ। ਠੀਕ ਹੈ ਜੀ। ਆਹ ਉੱਤਰ ਦੇਖੋ, ਬਹੁਤ ਇੰਪੋਰਟੈਂਟ ਉੱਤਰ ਹੈ ਇਹ। ਕਹਿੰਦੇ ਨਾ ਮਿਲਵਰਤਨ ਅੰਦੋਲਨ ਕਿਉਂ ਚਲਾਇਆ ਸੀ 1920 ਦੇ ਵਿੱਚ? ਬੰਦ ਕਿਉਂ ਕਰਤਾ ਸੀ? ਕਿਉਂਕਿ 1922 ਦੇ ਵਿੱਚ ਚੋਰੀ ਚੋਰਾ ਦੀ ਕਾਂਡ ਹੋ ਗਈ ਸੀ, ਜਿਹਦੇ ਵਿੱਚ ਥਾਣੇ ਦੇ ਵਿੱਚ ਮੁਲਾਜ਼ਮ ਨੂੰ ਮਾਰਤਾ ਸੀ। ਗਾਂਧੀ ਨੇ ਦੁਖੀ ਹੋ ਕੇ ਛੱਡਤਾ ਸੀ ਅੰਦੋਲਨ। ਨਾ ਫਰਮਾਨੀ ਅੰਦੋਲਨ ਕਿਉਂ ਚੱਲਿਆ ਸੀ 1930 ਦੇ ਵਿੱਚ ਚੱਲਿਆ ਸੀ। ਭਾਰਤ ਛੱਡੋ ਅੰਦੋਲਨ 1942 ਦੇ ਵਿੱਚ ਚੱਲਿਆ ਸੀ। ਠੀਕ ਹੈ, ਇਹ ਯਾਦ ਕਰ ਲਿਓ। ਸੰਵਿਧਾਨ ਦੀ ਕੁੰਜੀ ਕਿਸ ਨੂੰ ਕਿਹਾ ਜਾਂਦਾ? ਪ੍ਰਸਤਾਵਨਾ, ਸੰਵਿਧਾਨ, ਮੌਲਿਕ ਅਧਿਕਾਰ ਕਿ ਮੌਲਿਕ ਕਰਤੱਵ? ਇਹ ਪ੍ਰਸ਼ਨ ਭਾਈ ਜਿਹੜੇ ਬੱਚੇ ਪੰਜਾਬ ਪੁਲਿਸ ਦੀ ਵੀ ਤਿਆਰੀ ਕਰਕੇ ਹਟੇ ਹੈ ਉਹਨਾਂ ਨੂੰ ਤਾਂ ਮੈਂ ਸਾਰਾ ਕੁਛ ਕਰਵਾਇਆ ਹੋਇਆ ਇਹ। ਠੀਕ ਹੈ, ਤਾਂ ਇਹ ਭਾਈ ਸੰਵਿਧਾਨ ਦੀ ਕੁੰਜੀ ਕਿਹਨੂੰ ਕਿਹਾ ਜਾਂਦਾ? ਪ੍ਰਸਤਾਵਨਾ ਨੂੰ ਸੰਵਿਧਾਨ ਦੀ ਕੁੰਜੀ ਕਿਹਾ ਜਾਂਦਾ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ। ਸਮਾਨਤਾ ਅਤੇ ਭਾਈਚਾਰਾ ਸ਼ਬਦ ਕਦੋਂ ਸੰਵਿਧਾਨ ਦੇ ਵਿੱਚ ਜੋੜੇ ਗਏ ਸਨ? ਸਮਾਨਤਾ ਦਾ ਕੀ ਮਤਲਬ ਆ? ਸਾਰਿਆਂ ਨੂੰ ਇੱਕੋ ਜਿਹਾ ਸਮਝਣਾ। ਭਾਈਚਾਰੇ ਦਾ ਕੀ ਮਤਲਬ ਹੈ? ਬਰਾਦਰਹੁੱਡ, ਕਿ ਸਾਰਿਆਂ ਨੇ ਇੱਕ ਦੂਜੇ ਨਾਲ ਪ੍ਰੇਮ ਬਣਾ ਕੇ ਰਹਿਣਾ ਗਾ। ਕਿਹੜੇ ਸੰਸ਼ੋਧਨ ਦੁਆਰਾ ਹੋਇਆ ਸੀ? 42ਵਾਂ, 41ਵਾਂ, 25ਵਾਂ ਅਤੇ 22ਵਾਂ? ਅਤੇ ਇਹ ਹੋਇਆ ਸੀ ਭਾਈ ਆਪਣੇ 42ਵਾਂ ਸੰਸ਼ੋਧਨ ਸੀ, ਜਿਹਦਾ ਉਦੋਂ ਦੋ ਸ਼ਬਦ ਜੋੜੇ ਗਏ ਸੀ, ਸਮਾਨਤਾ ਅਤੇ ਭਾਈਚਾਰਾ। ਇਹ ਗੱਲ ਯਾਦ ਰੱਖਣੀ। ਕਿਸ ਅਨੁਛੇਦ ਦੇ ਵਿੱਚ 6 ਭਾਗ ਹਨ? ਇਹਦਾ ਬਹੁਤ ਵਾਰੀ ਕਰਵਾਇਆ ਹੋਇਆ। ਅਨੁਛੇਦ 19, ਅਨੁਛੇਦ 18, ਅਨੁਛੇਦ 15, ਅਨੁਛੇਦ 21। 21 ਦੇ ਵਿੱਚ ਕੀ ਆ ਗਿਆ? 21 ਦੇ ਵਿੱਚ ਤਾਂ ਉਹ ਆ ਗਿਆ ਕਿ ਬੱਚਿਆਂ ਨੂੰ ਲਾਜ਼ਮੀ ਸਿੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਹੈ, ਕਿਉਂਕਿ ਇਹ ਆਪਣਾ ਇੱਕ ਫੰਡਾਮੈਂਟਲ ਰਾਈਟ ਹੈ। ਠੀਕ ਹੈ, 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਅਤੇ 14 ਸਾਲ ਦੀ ਉਮਰ ਤੱਕ। ਆਰਟੀਕਲ 15 ਦੇ ਵਿੱਚ ਆ ਗਿਆ ਸੀ ਛੂਤਛਾਤ, ਕਿ ਛੂਤਛਾਤ ਦਾ ਜੇ ਕੋਈ ਬੰਦਾ ਵਿਰੋਧ ਛੂਤਛਾਤ ਕਰਦਾ, ਕੋਈ ਬੰਦਾ ਕਿਸੇ ਨਾਲ ਭੇਦਭਾਵ ਰੱਖਦਾ, ਆਪਾਂ ਉਹਦੇ 'ਤੇ ਕੇਸ ਦਰਜ ਕਰ ਸਕਦਾ ਆਰਟੀਕਲ 15 ਦੇ ਤਹਿਤ। ਆਰਟੀਕਲ 18 ਦੇ ਵਿੱਚ ਕੀ ਸੀ? 14-18 ਦੇ ਵਿੱਚ ਕੀ ਆ ਜਾਂਦਾ? ਆਪਣਾ ਸਮਾਨਤਾ ਦਾ ਅਧਿਕਾਰ। ਠੀਕ ਹੈ, ਸਾਰਿਆਂ ਨੂੰ ਇੱਕੋ ਜਿਹੇ ਮੌਕੇ ਦੇਣੇ। ਆਰਟੀਕਲ 19 ਹੈ ਜਿਹੜਾ ਆਪਣਾ, ਇਹਦੇ 6 ਭਾਗ ਹੈ ਭਾਈ। ਰਾਈਟ ਟੂ ਸਪੀਚ, ਰਾਈਟ ਟੂ ਲਾਈਫ, ਰਾਈਟ ਟੂ ਪ੍ਰਾਈਵੇਸੀ। ਠੀਕ ਹੈ, ਇਹ ਬਹੁਤ ਹੈਗੇ ਉਹਦੇ ਵਿੱਚ। ਠੀਕ ਹੈ, ਜਿਹੜਾ ਆਪਾਂ ਧਰਨਾ ਲਾਉਣਾ ਹੁੰਦਾ ਹੈਗਾ, ਸਾਰਾ ਕੁਛ ਰਾਈਟ ਟੂ ਆਰਟੀਕਲ 19 ਦੇ ਵਿੱਚ ਹੀ ਆ ਜਾਂਦਾ ਹੈਗਾ। ਇਹਦੇ 6 ਭਾਗ ਹੈ ਇਕੱਲੇ ਦੇ। ਆਹ ਪ੍ਰਸ਼ਨ ਬਹੁਤ ਇੰਪੋਰਟੈਂਟ ਹੈ। ਧਰਮ ਨਿਰਪੱਖ ਤੋਂ ਕੀ ਭਾਵ ਹੈ? ਕਿ ਰਾਜ ਦਾ ਆਪਣਾ ਧਰਮ, ਦੇਸ਼ ਦਾ ਆਪਣਾ ਧਰਮ, ਕਿ ਦੇਸ਼ ਦਾ ਆਪਣਾ ਕੋਈ ਧਰਮ ਨਹੀਂ, ਕਿ ਸਾਰੇ? ਤਾਂ ਧਰਮ ਨਿਰਪੱਖ ਰਾਜ ਉਹ ਹੁੰਦਾ ਕਿ ਜਿਹੜਾ ਕਿਸੇ ਵੀ ਧਰਮ ਦੇ ਪੱਖ ਦੇ ਵਿੱਚ ਨਹੀਂ ਹੁੰਦਾ, ਨਿਰਪੱਖ ਹੈਗਾ। ਤਾਂ ਜਿਹੜਾ ਭਾਰਤ ਹੈ ਇਹ ਇੱਕ ਕੀ ਹੈ? ਨਿਰਪੱਖ ਰਾਜ ਹੈ ਆਪਣਾ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ ਕਿ ਰਾਜ ਦਾ, ਆਪਣੇ ਦੇਸ਼ ਦਾ ਆਪਣਾ ਕੋਈ ਧਰਮ ਨਹੀਂ ਹੈਗਾ। ਕੋਈ ਵੀ ਆਪਣੇ ਧਰਮ ਦੀ ਆਜ਼ਾਦੀ ਹੈ। ਕੋਈ ਧਰਮ ਕਿਸੇ ਹੋਰ ਧਰਮ ਦੇ ਵਿੱਚ ਜਾ ਸਕਦਾ ਹੈ, ਕੋਈ ਵੀ ਕਿਸੇ ਵੀ ਧਰਮ ਨੂੰ ਮੰਨ ਸਕਦਾ ਹੈਗਾ। ਠੀਕ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਅਤੇ ਧਰਮ ਬਾਰੇ ਜਿਹੜੇ ਫੰਡਾਮੈਂਟਲ ਰਾਈਟ ਦੇ ਵਿੱਚ ਗੱਲ ਕੀਤੀ ਗਈ ਹੈ, ਇਹ ਕੀਤੀ ਗਈ ਹੈ ਆਪਣੀ 25 ਤੋਂ ਲੈ ਕੇ 28 ਆਰਟੀਕਲ ਦੇ ਵਿੱਚ ਆਉਂਦੀ ਹੈ। ਠੀਕ ਹੈ ਜੀ। ਭਾਰਤ ਦੇ ਵਿੱਚ ਸਿੱਖਿਆ ਅਧਿਕਾਰ ਐਕਟ ਕਦੋਂ ਪਾਸ ਕੀਤਾ ਗਿਆ ਸੀ? 1 ਅਪ੍ਰੈਲ 2009, 2 ਅਪ੍ਰੈਲ 2010, 2 ਅਪ੍ਰੈਲ 2007 ਕਿ ਨਾਨੋਪਤੀ 'ਚ? ਤਾਂ ਦੇਸ਼ ਦੇ ਵਿੱਚ ਜਿਹੜਾ ਸਿੱਖਿਆ ਅਧਿਕਾਰ ਐਕਟ ਆ ਭਾਈ, ਇਹ ਪਾਸ ਕੀਤਾ ਗਿਆ ਸੀ ਆਪਣਾ A ਨੰਬਰ ਆਪਸ਼ਨ 1 ਅਪ੍ਰੈਲ 2009 ਦੇ ਵਿੱਚ ਇਹ ਪਾਸ ਕੀਤਾ ਗਿਆ ਸੀ। ਸਿੱਖਿਆ ਦਾ ਅਧਿਕਾਰ ਕਿਸ ਅਧੀਨ ਦਰਜ ਹੈ? ਸਿੱਖਿਆ ਦਾ ਅਧਿਕਾਰ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ? ਤੁਹਾਨੂੰ ਪਤਾ ਹੀ ਹੈਗਾ ਕਿ ਫੰਡਾਮੈਂਟਲ ਰਾਈਟ ਦੇ ਵਿੱਚ ਆਉਂਦਾ। ਫੰਡਾਮੈਂਟਲ ਰਾਈਟ ਕਿੱਥੋਂ ਲੈ ਕੇ ਕਿੱਥੋਂ ਤੱਕ? 12 ਤੋਂ ਲੈ ਕੇ 35 ਤੱਕ ਹੈ। ਅਤੇ ਇਹ ਆਉਂਦਾ ਆਪਣਾ ਰਾਈਟ ਟੂ ਫਰੀਡਮ ਦੇ ਵਿੱਚ। ਰਾਈਟ ਟੂ ਫਰੀਡਮ ਦੇ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਗਾ? ਇਹ 21A ਦੇ ਵਿੱਚ। ਠੀਕ ਹੈ, 21A ਦੇ ਵਿੱਚ ਆ ਜਾਂਦਾ। ਇਹ ਗੱਲ ਯਾਦ ਰੱਖਣੀ। 22 ਦੇ ਵਿੱਚ ਨਹੀਂ ਆਉਂਦਾ। ਠੀਕ ਹੈ ਨਾ, 15 ਦੇ ਵਿੱਚ ਆਉਂਦਾ ਇਹ। ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਕਿਸ ਜਮਾਤ ਤੱਕ ਲਾਗੂ ਹੁੰਦਾ ਹੈ? ਕਿ ਜਿਹੜਾ ਬੱਚੇ ਨੂੰ ਕੋਈ ਮੁਫਤ ਅਤੇ ਲਾਜ਼ਮੀ ਸਿੱਖਿਆ ਦੇਣ ਦਾ ਅਧਿਕਾਰ ਹੈ, ਉਹਦਾ ਫੰਡਾਮੈਂਟਲ ਰਾਈਟ ਹੈ। ਕਿਹੜੀ ਕਲਾਸ ਤੱਕ ਮਿਲ ਸਕਦਾ ਉਹਨੂੰ? 8ਵੀਂ, 9ਵੀਂ, 6ਵੀਂ ਕਿ 5ਵੀਂ? ਤਾਂ ਇਹਦਾ ਸਹੀ ਆਨਸਰ ਹੈਗਾ ਵੀ ਆਪਸ਼ਨ ਨੰਬਰ A, 8ਵੀਂ ਕਲਾਸ ਤੱਕ ਹੈ ਜਿਹੜਾ ਬੱਚਾ, ਉਹਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਫੰਡਾਮੈਂਟਲ ਰਾਈਟ ਹੈ, ਜਿਹੜਾ ਕਿ ਆਰਟੀਕਲ 21 ਦੇ ਵਿੱਚ ਆਉਂਦਾ ਗਾ। ਛੂਤਛਾਤ ਦੀ ਸਮਾਪਤੀ ਕਿਸ ਅਨੁਛੇਦ ਦੇ ਰਾਹੀਂ ਹੋਈ ਸੀ? ਛੂਤਛਾਤ ਹੁੰਦਾ ਕਿਸੇ ਦਾ ਆਪਾਂ ਜਾਤ ਪਾਤ ਦਾ ਭੇਦਭਾਵ ਕਰਨਾ, ਉਹਨੂੰ ਛੂਤਛਾਤ ਦਾ ਰੋਗ ਕਹਿ ਦਿੰਦੇ ਆ। ਠੀਕ ਹੈ,
15, 16 ਕਿ 18 ਤਾਂ ਤੁਸੀਂ ਫਿਲਮ ਦੇਖੀ ਹੋਊਗੀ। ਆਰਟੀਕਲ 15 ਫਿਲਮ ਦੇਖ ਲਓ ਜੇ ਕਿਸੇ ਬੱਚੇ ਨੂੰ ਪ੍ਰੋਬਲਮ ਲੱਗਦੀ। ਆਰਟੀਕਲ 15 ਦੇ ਵਿੱਚ ਇਸ ਦੀ ਬਣਾਈ ਹੋਈ ਹੈ ਫਿਲਮ, ਆਯੁਸ਼ਮਾਨ ਖੁਰਾਨਾ ਦੀ ਬਹੁਤ ਸੋਹਣੀ ਫਿਲਮ ਹੈਗੀ। ਤਾਂ ਆਰਟੀਕਲ 15 ਭਾਈ ਜਿਹੜਾ ਇਹ ਛੂਤ ਨੂੰ ਖਤਮ ਕਰਨ ਵਾਸਤੇ ਬਣਾਇਆ ਗਿਆ ਸੀ। ਭਾਰਤ ਦੇ ਵਿੱਚ ਰਾਸ਼ਟਰਪਤੀ ਬਣਨ ਲਈ ਉਮਰ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਹੈ? 34, 35, 25 ਕਿ 26। ਲੋਕ ਸਭਾ ਦਾ ਮੈਂਬਰ ਬਣਨ ਵਾਸਤੇ ਉਮਰ 25 ਸਾਲ ਹੋਣੀ ਚਾਹੀਦੀ ਹੈ। ਰਾਜ ਸਭਾ ਦਾ ਮੈਂਬਰ ਬਣਨ ਵਾਸਤੇ ਉਮਰ 30 ਸਾਲ ਹੋਣੀ ਚਾਹੀਦੀ ਹੈ। ਅਤੇ ਰਾਸ਼ਟਰਪਤੀ ਬਣਨ ਵਾਸਤੇ ਜਾਂ ਉਪ ਰਾਸ਼ਟਰਪਤੀ ਬਣਨ ਵਾਸਤੇ ਉਮਰ ਕਿੰਨੀ ਹੋਣੀ ਚਾਹੀਦੀ ਹੈ? 35 ਸਾਲ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਤਾਂ ਇਹਦਾ ਆਨਸਰ ਆ ਗਿਆ ਆਪਣਾ ਬੀ ਨੰਬਰ ਆਪਸ਼ਨ। ਧਨ ਬਿੱਲ ਕਿੱਥੇ ਕਿੱਥੇ ਪਾਸ ਕੀਤਾ ਜਾਂਦਾ? ਧਨ ਬਿੱਲ ਨੂੰ ਆਪਾਂ ਕਹਿ ਦਿੰਦੇ ਮਨੀ ਬਿੱਲ। ਮਨੀ ਬਿੱਲ ਆਉਂਦਾ ਆਪਣੇ 110 ਆਰਟੀਕਲ ਦੇ ਵਿੱਚ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ ਜੀ। ਅਤੇ ਧਨ ਬਿੱਲ ਕਿੱਥੇ ਪਾਸ ਕੀਤਾ ਜਾਂਦਾ ਗਾ? ਤਾਂ ਇਹ ਪਾਸ ਕੀਤਾ ਜਾਂਦਾ ਕੇਵਲ ਲੋਕ ਸਭਾ ਦੇ ਵਿੱਚ, ਕੇਵਲ ਰਾਜ ਸਭਾ ਦੇ ਵਿੱਚ, ਕਿ ਦੋਵੇਂ ਕੋਈ ਨਹੀਂ। ਜਿਹੜਾ ਮਨੀ ਬਿੱਲ ਹੈ ਸਿਰਫ ਅਤੇ ਸਿਰਫ ਲੋਕ ਸਭਾ ਦੇ ਵਿੱਚ ਪਾਸ ਕੀਤਾ ਜਾਂਦਾ। ਠੀਕ ਹੈ, ਇਹ ਗੱਲ ਹੋਰ। ਲੋਕ ਸਭਾ, ਰਾਜ ਸਭਾ ਅਤੇ ਸੰਸਦ ਇਹ ਕਿਹੜੇ ਆਰਟੀਕਲ ਦੇ ਵਿੱਚ ਆਉਂਦੀਆਂ? ਰਾਜ ਸਭਾ ਤਾਂ ਆਉਂਦੀ ਆਰਟੀਕਲ, ਲੋਕ ਸਭਾ ਤਾਂ ਆਉਂਦੀ ਆਰਟੀਕਲ 79 ਦੇ ਵਿੱਚ, 81 ਦੇ ਵਿੱਚ। ਆਹ ਰਾਜ ਸਭਾ ਅਤੇ ਸੰਸਦ ਤੁਸੀਂ ਦੱਸਣਾ ਕਿਦੋਂ ਕਾਹਦੇ 'ਚ ਆਉਂਦੀ ਹੈ। ਠੀਕ ਹੈ, ਤੁਹਾਨੂੰ ਕਰਵਾ ਕੇ ਗਿਆ ਹੋਇਆ, ਤੁਸੀਂ ਦੱਸੋ ਹੁਣ ਇਹ ਆਹ 81 'ਚ ਆਉਂਦੀ ਹੈ ਤਾਂ 79 'ਚ ਆਉਂਦੀ, ਇਹ ਵੀ ਦੱਸੋ ਮੈਨੂੰ। ਇਹ ਤੁਹਾਡਾ ਕੰਮ ਆਗਾ। ਸੰਸਦ ਦੇ ਦੋਵੇਂ ਸਦਨਾਂ ਦੇ ਵਿੱਚ ਹੋਏ ਮਤਭੇਦਾਂ ਨੂੰ ਕੌਣ ਦੂਰ ਕਰਦਾ? ਸੰਸਦ ਹੈ। ਸੰਸਦ ਕਿਹਨੂੰ ਆਪਾਂ ਪਾਰਲਰ ਸ਼ਬਦ ਤੋਂ ਬਣੀ ਹੈ। ਸੰਸਦ ਸ਼ਬਦ ਕਿਹੜੇ ਸ਼ਬਦ ਤੋਂ ਬਣਿਆ ਹੈਗਾ? ਪਾਰਲਰ ਸ਼ਬਦ ਤੋਂ ਬਣਿਆ। ਪਾਰਲਰ ਸ਼ਬਦ ਕਾਹਦਾ ਹੈਗਾ? ਅੰਗਰੇਜ਼ੀ ਦਾ ਸ਼ਬਦ ਹੈ। ਅਤੇ ਪਾਰਲਰ ਦਾ ਮਤਲਬ ਕੀ ਹੈਗਾ? ਗੱਲਬਾਤ ਕਰਨਾ। ਠੀਕ ਹੈ, ਸੰਸਦ ਦੇ ਦੋਵੇਂ ਸਦਨ ਕਿਹੜੇ ਆ? ਰਾਜ ਸਭਾ ਅਤੇ ਲੋਕ ਸਭਾ। ਇਹਨੂੰ ਅਪਰ ਸਦਨ ਵੀ ਕਹਿ ਦਿੰਦੇ ਆ। ਇਹਦਾ ਕਾਰਜਕਾਲ 6 ਸਾਲ ਦਾ ਹੁੰਦਾ ਅਤੇ ਰਾਜ ਸਭਾ ਨੂੰ ਕੋਈ ਵੀ ਭੰਗ ਨਹੀਂ ਕਰ ਸਕਦਾ। ਲੋਕ ਸਭਾ ਦਾ ਕਾਰਜਕਾਲ 5 ਸਾਲ ਦਾ ਹੁੰਦਾ, ਇਹਨੂੰ ਭੰਗ ਕੀਤਾ ਜਾ ਸਕਦਾ। ਠੀਕ ਹੈ, ਇਹ ਗੱਲ ਹੋ ਗਈ। ਕਹਿੰਦੇ ਦੋਨਾਂ ਦੇ ਵਿਚਾਲੇ ਕੋਈ ਮਤਭੇਦ ਹੋ ਗਿਆ ਕਿਸੇ ਚੀਜ਼ ਨੂੰ ਲੈ ਕੇ, ਤਾਂ ਇਹ ਚੀਜ਼ਾਂ ਨੂੰ ਕੌਣ ਦੂਰ ਕਰੂਗਾ? ਸਪੀਕਰ, ਰਾਜ ਸਭਾ ਦਾ ਸਪੀਕਰ, ਪ੍ਰਧਾਨ ਮੰਤਰੀ ਕਿ ਰਾਸ਼ਟਰਪਤੀ। ਤਾਂ ਇਹੋ ਜਿਹਾ ਕੋਈ ਵੀ ਮਤਭੇਦ ਹੁੰਦਾ ਬਈ, ਜਾਂ ਕੋਈ ਵੀ ਲੜਾਈ ਝਗੜਾ ਹੁੰਦਾ ਤਾਂ ਉਹਨੂੰ ਕੌਣ ਨਿਬੇੜੂਗਾ? ਆਪਣਾ ਰਾਸ਼ਟਰਪਤੀ ਨਿਬੇੜੂਗਾ। ਡੀ ਨੰਬਰ ਆਪਸ਼ਨ। ਸੰਸਦ ਸ਼ਬਦ ਕਿਸ ਤੋਂ ਲੈਤਾ ਗਿਆ ਹੈਗਾ? ਪੈਲਰ, ਪਾਰਲਰ, ਪਾਰੂ ਕਿ ਸਾਰੇ। ਜਿਹੜਾ ਪਾਰਲਰ ਸ਼ਬਦ ਆ ਭਾਈ ਇਹ ਲੈਤਾ ਗਿਆ ਆਪਣਾ ਅੰਗਰੇਜ਼ੀ ਸ਼ਬਦ ਹੈ, ਅਤੇ ਸੰਸਦ ਸ਼ਬਦ ਇਸੇ ਸ਼ਬਦ ਤੋਂ ਹੀ ਬਣਿਆ ਹੈਗਾ, ਪਾਰਲਰ ਤੋਂ ਮਿਲ ਕੇ। ਪਾਰਲਰ ਦਾ ਮਤਲਬ ਹੈ ਗੱਲਬਾਤ ਕਰਨਾ। ਸੁਪਰੀਮ ਕੋਰਟ ਦੇ ਜੱਜਾਂ ਦੀ ਰਿਟਾਇਰਮੈਂਟ ਏਜ ਕਿੰਨੀ ਹੁੰਦੀ ਹੈ? ਤੁਸੀਂ ਦੱਸਣਾ ਕਿ ਇਹ ਜਿਹੜਾ ਸੁਪਰੀਮ ਕੋਰਟ ਹੈ ਇਹ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ? ਦੱਸੋ ਜੀ। ਜਿਹੜਾ ਸੁਪਰੀਮ ਕੋਰਟ ਹੈ ਇਹ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਅਤੇ ਹਾਈ ਕੋਰਟ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ? ਇਹ ਗੱਲ ਦੱਸੋ ਤੁਸੀਂ। ਬਹੁਤ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਤੁਹਾਨੂੰ ਚੀਜ਼ਾਂ ਇਹ ਕਰਵਾਈਆਂ ਹੋਈਆਂ ਹੈਗੀਆਂ। ਠੀਕ ਹੈ ਜੀ, ਤੁਸੀਂ ਦੱਸੋ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਗਾ? 124 'ਚ ਆਉਂਦਾ ਕਿ ਕਿਸੇ ਹੋਰ 'ਚ ਆਉਂਦਾ ਗਾ? ਇਹ ਤੁਸੀਂ ਦੱਸਣਾ ਗਾ। ਠੀਕ ਹੈ ਜੀ। ਅਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਰਿਟਾਇਰਮੈਂਟ ਏਜ ਕਿੰਨੀ ਹੁੰਦੀ ਹੈ? 62 ਸਾਲ ਹੁੰਦੀ ਹੈ ਕਿ 65 ਸਾਲ ਹੁੰਦੀ ਹੈ ਕਿ 61 ਸਾਲ ਹੁੰਦੀ ਹੈ? ਤਾਂ ਸੁਪਰੀਮ ਕੋਰਟ ਦੇ ਜੱਜਾਂ ਦੀ ਉਮਰ ਵੀ ਰਿਟਾਇਰਮੈਂਟ ਉਮਰ ਹੁੰਦੀ ਹੈ 65 ਸਾਲ, ਅਤੇ ਹਾਈ ਕੋਰਟ ਦੇ ਜੱਜਾਂ ਦੀ ਰਿਟਾਇਰਮੈਂਟ ਉਮਰ ਹੁੰਦੀ ਹੈ 62 ਸਾਲ। ਇਹ ਗੱਲ ਯਾਦ ਰੱਖਣੀ ਹੈ। ਫੌਜਦਾਰੀ ਮੁਕੱਦਮੇ ਕਿਹੜੇ ਹੁੰਦੇ ਆ? ਲੜਾਈ ਝਗੜੇ ਵਾਲੇ। ਅਤੇ ਦੀਵਾਨੀ ਕਿਹੜੇ ਹੁੰਦੇ ਆ? ਜਿਵੇਂ ਤਲਾਕ ਹੋ ਗਿਆ, ਕੋਈ ਲਵ ਮੈਰਿਜ ਦਾ ਚੱਕਰ ਹੈ, ਇਹ ਸਾਰੇ ਦੀਵਾਨੀ ਦੇ ਆ ਜਾਂਦੇ ਆ। ਲੜਾਈ ਝਗੜਾ, ਗਾਲੀ ਗਲੋਚ, ਇਹ ਸਾਰੇ ਫੌਜਦਾਰੀ ਦੇ ਵਿੱਚ ਆ ਜਾਂਦੇ ਆ। ਇਹ ਕਿਸ ਧਾਰਾ ਦੇ ਅੰਦਰ ਆਉਂਦੇ ਆ? 134, 135, 136 ਕਿ 140। ਤਾਂ ਜਿਹੜੇ ਭਾਈ ਇਹ ਫੌਜਦਾਰੀ ਮੁਕੱਦਮਾ ਗਾ ਇਹ ਆਉਂਦਾ ਆਪਣਾ 134 ਧਾਰਾ ਦੇ ਵਿੱਚ। ਪਹਿਲੀ ਸੂਚਨਾ ਰਿਪੋਰਟ ਨੂੰ ਕੀ ਕਿਹਾ ਜਾਂਦਾ ਗਾ? ਜਿਹੜੀ ਆਪਾਂ ਥਾਣੇ ਦੇ ਵਿੱਚ ਜਾ ਕੇ ਪਹਿਲੀ ਸੂਚਨਾ ਰਿਪੋਰਟ ਲਿਖਾਉਂਦੇ ਆ ਉਹਨੂੰ ਕੀ ਕਿਹਾ ਜਾਂਦਾ ਗਾ? ਦੱਸੋ ਜੀ, ਕੀ ਕਹਿੰਦੇ ਆ ਉਹਨੂੰ? ਤਾਂ ਉਹਨੂੰ ਕਿਹਾ ਜਾਂਦਾ ਭਾਈ FIR, FRI, FFI ਕਿ ਨਨ ਆਫ ਦੀਜ਼। ਆਪਾਂ ਕਹਿੰਦੇ ਹਾਂ ਥਾਣੇ ਦੇ ਵਿੱਚ ਕੀ ਰਿਪੋਰਟ ਲਿਖਾ ਕੇ ਆਏ, FIR ਦਰਜ ਕਰਵਾਇਆ ਏ। ਉਹ ਜਿਹੜੀ FIR ਹੁੰਦੀ ਇਹਦੀ ਫੁੱਲ ਫਾਰਮ ਹੁੰਦੀ ਹੈ ਫਸਟ ਇਨਫੋਰਮੇਸ਼ਨ ਰਿਪੋਰਟ।
ठीक है, FIR की फुल फार्म ये होंगी है। ठीक है, ए नंबर ऑप्शन आंसर बिल्कुल सही है। संविधान दे विच कितनियां भाषावां शामिल हैं? अपने संविधान दे विच कितनियां भाषावां गईयां? अपने संविधान दे विच 22 भाषावां गईयां। ठीक है, ये गल याद रखनी है। कल्ली पंजाबी भाषा अपनी यही जी जिहदे नाल सब तो वध धक्का हुंदा गा। ठीक है, सारियां 22 भाषावां दे विचों सब तो वध जिहड़ा धक्का हुंदा वो हुंदा पंजाबी भाषा नाल। कौन करदा है धक्का? सेंटर सरकार करदी है। किवें करदी है? CBSE जिहड़ा बोर्ड आ भाई अपना दिल्ली का, इन्हें ये कहता कि असीं पंजाबी नहीं पढ़ाउणी भाई, पंजाबी नूं हटाता इन्होंने पक्के तौर पर। ठीक है, पंजाबी नूं बाहर कढ़ता इन्होंने कि पंजाबी नूं असीं कोई भाषा नहीं मानते, इहनूं बाहर कड्ढो। ठीक है, तो चन्नी साहब अपने किसी ने मंजे ते बह के शगन दिआए, किसी ने ब्याह 'च जाके रोटी खाए, किसी दी किसी दे जोड़ लाता। ठीक है, कंधा ते चढ़ के। ठीक है, किसी नूं शगन दिआए, किसी नूं जफ्फी पाली, आ कम्मां ते है। तो पंजाब CBSE ने कहता कि पंजाबी नाल साडा कोई लेना देना नहीं हैगा भाषा नाल। ਤਾਂ ਇਹ ਬਹੁਤ ਇੱਕ ਮੰਦਭਾਗੀ ਗੱਲ ਹੈਗੀ। ਇਸ ਤਰ੍ਹਾਂ ਨਾਲ ਤਾਂ ਫਿਰ ਪੰਜਾਬੀ ਦੇ ਵਿੱਚ ਆਪਣੇ ਪੇਪਰ ਹੀ ਹੁਣ ਹਟ ਜਾਣਗੇ। ਗੱਲ ਜ਼ੋਰ ਲਾ ਕੇ ਦੇਖਣਾ ਮੈਂ। ਫਿਰ ਪੰਜਾਬੀ ਸਕੂਲ ਕਿਉਂ ਚਲਾਏ ਆ? ਜਿਹੜੇ ਆਪਣੇ ਜੋਬ ਵਾਲੇ ਪੇਪਰ ਹੁੰਦੇ ਆ ਨਾ, ਕਿਸੇ ਦਿਨ ਇਹ ਵੀ ਲਾਜ਼ਮੀ ਕਰ ਦੇਣਗੇ ਭਾਈ ਇਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੀ ਹੋਣਗੇ, ਪੰਜਾਬੀ 'ਚ ਨਹੀਂ ਹੋਣੇ। ਤਾਂ ਕਰਕੇ ਪੰਜਾਬੀ ਭਾਸ਼ਾ 'ਤੇ ਵੱਧ ਤੋਂ ਵੱਧ ਉਹ ਕਰਿਆ ਕਰੋ। ਆਪਣੀ ਪੰਜਾਬੀ ਮਾਂ ਭਾਸ਼ਾ ਨੂੰ ਬਚਾਉਣ ਦਾ ਹੱਕ ਆਪਣਾ। ਠੀਕ ਹੈ, ਤਾਂ ਭਾਰਤ ਦੇ ਵਿੱਚ ਕਿੰਨੀਆਂ ਭਾਸ਼ਾਵਾਂ ਨੇ? 22 ਭਾਸ਼ਾਵਾਂ ਨੇ। ਠੀਕ ਹੈ, ਅਤੇ 22 ਭਾਸ਼ਾਵਾਂ ਜਿਹੜੀਆਂ ਹੈਗੀਆਂ ਆਪਣੀਆਂ, ਇਹਦੇ ਵਿੱਚੋਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਨਹੀਂ ਆਉਂਦੀ। ਇਹ ਗੱਲ ਯਾਦ ਰੱਖਣੀ ਹੈ। ਕਿਹੜੀ ਅਨੁਸੂਚੀ ਦੇ ਵਿੱਚ ਆਉਂਦੀਆਂ ਇਹ 22 ਭਾਸ਼ਾਵਾਂ? 8ਵੀਂ ਅਨੁਸੂਚੀ ਦੇ ਵਿੱਚ ਆਉਂਦੀਆਂ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। 8ਵੀਂ ਅਨੁਸੂਚੀ ਦੇ ਵਿੱਚ ਆਉਂਦੀਆਂ। ਅਤੇ ਉਹ ਮੈਨੂੰ ਜ਼ਰੂਰ ਦੱਸਣਾ ਕਮੈਂਟਾਂ ਦੇ ਵਿੱਚ ਕਿ ਸੰਸਦ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ, ਰਾਜ ਸਭਾ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ, ਕਿ ਲੋਕ ਸਭਾ ਕਿਹੜੇ ਆਰਟੀਕਲ ਦੇ ਵਿੱਚ। ਇਹਨਾਂ ਦੱਸ ਦੇਣਾ। ਚੱਲੋ 79, 80, 81 ਆਹ ਚੀਜ਼ ਦੱਸਦੇ, ਇਹ ਮਿਲਾ ਦਿਓ ਤੁਸੀਂ ਆਪਸ ਦੇ ਵਿੱਚ। ਇਹ ਤੁਸੀਂ ਮਿਲਾਉਣਾ ਹੁਣ ਕਿ ਕਿਹੜੀ 'ਚ ਕਿੱਥੇ ਗਲਤੀ ਇਹਦੇ 'ਚ। ਵਾਤਾਵਰਨ ਨੂੰ ਕਿੰਨੇ ਮੰਡਲਾਂ ਦੇ ਵਿੱਚ ਵੰਡਿਆ ਗਿਆ ਹੈਗਾ? ਵਾਤਾਵਰਨ ਨੂੰ ਭਾਈ 3 ਮੰਡਲਾਂ ਦੇ ਵਿੱਚ ਵੰਡਿਆ ਗਿਆ ਹੈਗਾ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਵਾਤਾਵਰਨ ਨੂੰ 3 ਮੰਡਲਾਂ ਦੇ ਵਿੱਚ ਵੰਡਿਆ ਗਿਆ ਹੈਗਾ। ਉਹ 3 ਮੰਡਲ ਕਿਹੜੇ ਕਿਹੜੇ ਆ? ਇੱਕ ਤਾਂ ਹੈਗਾ ਵਾਯੂ ਮੰਡਲ, ਇੱਕ ਹੈਗਾ ਜਲ ਮੰਡਲ, ਇੱਕ ਹੈਗਾ ਥਲ ਮੰਡਲ। ਜਲ ਮੰਡਲ ਕਿਹੜਾ? ਜਿਹੜੇ ਆਪਣੇ ਸਮੁੰਦਰ ਹੋ ਗਏ, ਨਹਿਰਾਂ ਹੋ ਗਈਆਂ, ਇਹ ਸਾਰੇ ਜਲ ਮੰਡਲ 'ਚ ਆ ਜਾਂਦੇ ਆ। ਥਲ ਮੰਡਲ ਆਪਣੇ ਪਠਾਰ, ਪਰਬਤ, ਧਰਤੀ, ਇਹ ਸਾਰੇ ਆ ਜਾਂਦੇ ਥਲ ਮੰਡਲ ਦੇ ਵਿੱਚ। ਵਾਯੂ ਮੰਡਲ ਦੇ ਵਿੱਚ ਜਿਵੇਂ ਗੈਸਾਂ ਹੋ ਗਈਆਂ, ਨਾਈਟ੍ਰੋਜਨ, ਆਕਸੀਜਨ, ਜਿਹੜੀਆਂ ਸਾਰੀਆਂ ਚੀਜ਼ਾਂ ਵਾਯੂ ਮੰਡਲ ਦੇ ਵਿੱਚ ਆ ਜਾਂਦੀਆਂ। ਸਾਰੇ ਕੀ ਹੈ? ਵਾਤਾਵਰਨ ਦੇ ਆਪਣੇ ਦੇ ਮੁੱਖ ਮੰਡਲ ਨੇ। ਧਰਤੀ ਦੀਆਂ ਪਰਤਾਂ ਦੇ ਨਾਮ ਦੱਸੋ। ਧਰਤੀ ਦੀਆਂ ਪਰਤਾਂ ਕਿਹੜੀਆਂ ਕਿਹੜੀਆਂ ਭਾਈ? ਸਿਆਲ, ਸੀਮਾ, ਨਿਫੇ ਕੇ ਸਾਰੇ। ਇਹ ਸਾਰੀਆਂ ਧਰਤੀ ਦੀਆਂ ਸੀਮਾ ਕੀ ਹੈ? ਧਰਤੀ ਦੀਆਂ ਇਹ ਪਰਤਾਂ ਹੈਗੀਆਂ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਧਰਤੀ 'ਤੇ ਕਿੰਨੇ ਪ੍ਰਕਾਰ ਦੀਆਂ ਚਟਾਨਾਂ ਪਾਈਆਂ ਜਾਂਦੀਆਂ ਹਨ? ਧਰਤੀ 'ਤੇ ਪਾਈਆਂ ਜਾਂਦੀਆਂ 1, 2, 3 ਕਿ 4 ਪ੍ਰਕਾਰ ਦੀਆਂ। ਧਰਤੀ 'ਤੇ ਪਾਈਆਂ ਜਾਂਦੀਆਂ ਭਾਈ 3 ਪ੍ਰਕਾਰ ਦੀਆਂ ਚਟਾਨਾਂ। ਠੀਕ ਹੈ, ਤਾਂ C ਨੰਬਰ ਆਪਸ਼ਨ ਦਾ ਬਿਲਕੁਲ ਸਹੀ ਆਨਸਰ ਹੈ। ਹੁਣ ਆਪਾਂ ਪਹੁੰਚ ਚੁੱਕੇ ਲਾਸਟ ਸਵਾਲ 'ਤੇ ਭਾਈ। ਧਰਤੀ 'ਤੇ ਕਿਹੜੀਆਂ ਚਟਾਨਾਂ ਹਨ? ਅਗਨੀ ਚਟਾਨਾਂ, ਤਹਿ ਚਟਾਨਾਂ, ਰੂਪਾਂਤਰ ਚਟਾਨਾਂ। ਠੀਕ ਹੈ, ਰੂਪਾਂਤਰ ਚਟਾਨਾਂ ਕਿਹੜੀਆਂ ਹੁੰਦੀਆਂ? ਜਿਹੜੀਆਂ ਤਹਿ ਦਾ ਅਗਨੀ ਚਟਾਨਾਂ ਤੋਂ ਹੁੰਦੀਆਂ, ਜਿਹੜੇ ਸਮੁੰਦਰ ਦੇ ਲਾਵੇ ਤੋਂ, ਜਵਾਲਾਮੁਖੀ ਦੇ ਲਾਵੇ ਤੋਂ, ਜਾਂ ਐਂ ਸਮਝ ਲਓ ਕਿ ਅੱਜ ਤੋਂ 100 ਸਾਲ ਪਹਿਲਾਂ, 20 ਸਾਲ ਪਹਿਲਾਂ ਭੂਚਾਲ ਸੁਨਾਮੀਆਂ ਨਾਲ ਜਿਹੜੇ ਧਰਤੀ ਥੱਲੇ ਦਰੱਖਤ, ਜੀਵ ਜੰਤੂ ਦੱਬੇ ਗਏ ਸੀ, ਉਹਨਾਂ ਦੀਆਂ ਮਤਲਬ ਜਦ ਉਹਦੇ ਤੋਂ ਲਾਵਾ ਨਿਕਲ ਕੇ ਜਿਹੜੀਆਂ ਚਟਾਨਾਂ ਬਣੀਆਂ ਉਹ ਆ ਜਾਂਦੀਆਂ। ਤਹਿ ਦਾ ਚਟਾਨਾਂ ਉਹ ਹੁੰਦੀਆਂ ਜਿਹੜੀਆਂ ਮਤਲਬ ਮਿੱਟੀ ਪੈ ਕੇ ਇੱਕ ਥਾਂ 'ਤੇ ਪਹਾੜ ਜਿਹੇ ਬਣ ਜਾਂਦੇ ਹੁੰਦੇ। ਰੂਪਾਂਤਰ ਜਿਹੜੀਆਂ ਚਟਾਨਾਂ ਬਦਲਦੀਆਂ ਰਹਿੰਦੀਆਂ, ਜਿਵੇਂ ਜ਼ਿਆਦਾਤਰ ਰਾਜਸਥਾਨ ਦੇ ਵਿੱਚ ਵੀ ਹੁੰਦੀਆਂ। ਠੀਕ ਹੈ, D ਨੰਬਰ ਆਪਸ਼ਨ ਇਹਦਾ ਆਨਸਰ ਹੈ। ਤਾਂ ਇਹਦੇ ਨਾਲ ਭਾਈ ਆਪਣੇ ਸਾਰੇ ਦੇ ਸਾਰੇ MCQ ਖਤਮ ਹੋ ਚੁੱਕੇ ਨੇ। ਸਾਰੇ ਨਹੀਂ ਕਹਿ ਸਕਦਾ, ਵੀਡੀਓ ਦੇ 60 ਤੇ 60 MCQ ਆਪਣੇ ਕੰਪਲੀਟ ਹੋ ਚੁੱਕੇ ਨੇ। ਇਹੀ ਜੀ ਵੀਡੀਓ ਤੁਹਾਨੂੰ ਇੱਕ ਮੈਂ ਹੋਰ ਪ੍ਰੋਵਾਈਡ ਕਰਵਾ ਦੂੰਗਾ। ਠੀਕ ਹੈ ਜੀ, ਅਤੇ ਆਪਣਾ ਲੈਕਚਰ ਕਿੰਨੇ ਟਾਈਮ ਦਾ ਹੋ ਗਿਆ? ਇਹ 39 ਮਿੰਟ ਅਤੇ ਸਕਿੰਟ ਚੱਲ ਰਹੇ ਨੇ ਜੀ। ਠੀਕ ਹੈ, ਅਤੇ ਇੱਕ ਗੱਲ ਇਹ ਹੈ ਭਾਈ, ਦੂਸਰੀ ਗੱਲ ਜਿਹੜੀ ਮੇਨ ਕਰਨ ਲੱਗੇ ਆ, ਕੱਲ੍ਹ ਨੂੰ ਤੁਹਾਡਾ ਮੈਂ ਹੋਮ ਬੇਸਡ ਦਾ ਲੈਕਚਰ ਲਾਊਂਗਾ। ਠੀਕ ਹੈ ਜੀ, ਅਤੇ ਹੋਮ ਬੇਸਡ ਦਾ ਲੈਕਚਰ ਸਾਰੇ ਬੱਚਿਆਂ ਨੂੰ ਧਿਆਨ ਨਾਲ ਲਾਉਣਾ ਗਾ। ਅਤੇ ਹੋਮ ਬੇਸਡ ਦੇ ਵਿੱਚ ਆਪਣੇ ਕੋਈ ਬਾਹਲੇ ਟੋਪਿਕ ਨਹੀਂ ਰਹਿ ਗਏ, ਆਪਣੇ ਬਸ 4 ਤੋਂ 5 ਟੋਪਿਕ ਰਹਿ ਗਏ। ਠੀਕ ਹੈ, ਬਸ ਉਹ ਆਪਾਂ ਕੰਪਲੀਟ ਕਰ ਦਿੰਦੇ ਹਾਂ। ਅਤੇ ਇਸ ਤੋਂ ਬਾਅਦ ਆਪਾਂ ਉਹਦੇ MCQ ਕਰਾਂਗੇ। ਘੱਟੋ ਘੱਟ ਆਪਾਂ ਕਰਾਂਗੇ ਉਹਦਾ 1000 MCQ ਕਰਾਂਗੇ। 1000 ਨਹੀਂ ਹੋਇਆ ਤਾਂ ਘੱਟੋ ਘੱਟ 500 ਤੋਂ ਲੈ ਕੇ 800 ਦੇ ਵਿੱਚ ਤਾਂ ਘੱਟੋ ਘੱਟ ਕਰਾਂਗੇ। ਠੀਕ ਹੈ,
ਤੇ ਸਾਰੇ ਬੱਚਿਆਂ ਨੇ ਆਹ ਲੈਕਚਰ ਲਾ ਲੈਣੇ ਕਿਉਂਕਿ 8ਵੀਂ ਤੱਕ ਦੇ ਆ ਭਾਈ ਸਾਰੇ ਲੈਕਚਰ ਇਹ। ਠੀਕ ਹੈ, ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ ਰਹੋ। PDF ਤੁਹਾਨੂੰ ਮੈਂ ਪ੍ਰੋਵਾਈਡ ਕਰਵਾ ਚੁੱਕਿਆ ਅਤੇ ਉੱਥੋਂ PDF ਜਾ ਕੇ ਤੁਸੀਂ ਡਾਊਨਲੋਡ ਕਰ ਲਿਓ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ। ਬਾਈ ਲੰਬੀ ਵੀਡੀਓ ਨਹੀਂ ਲੈ ਕੇ ਜਾਣੀ ਆਪਾਂ। ਠੀਕ ਹੈ ਜੀ, ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ ਰਹੋ।